कृपा करो दीन के दाते, मेरा गुण अवगण ना विचारो कोई। माटी का क्या धोपै स्वामी, मानस की गत एही। तू मेरो मेर पर्वत स्वामी, ओट गही मैं तेरी। ना तुम डोलो ना हम गिरते, रख लीनी हर मेरी। जन के चरण वसै मेरे हियर, संग पुनीता तेही। जन की धूर देहु कृपा निद, नानक कै सुख एहि। सरवर पंखी हिकड़ो, फाही वाल पचास। एह तन लहरी गढ़ थिया, सचे तेरी आस। एह तन लहरी गढ़ थिया, सचे तेरी आस। परम सन्मानयोग दीन दुनी दे मालक शब्द स्वरूप सतगुरु धन धन गुरु ग्रंथ साहिब महाराज जी दे पावन हजूर सतगुरां दे सजे होए पावन दरबार दियां हाजरियां भर रही गुरु सवारी साध संगत जीओ, अकाल पुरख वाहिगुरु जी ने समूह संगत नूं ये उद्यम बल बख्शिश कीता है। सत संगत दियां घड़ियां बख्शियां हन। बड़े प्रेम बड़ी एकाग्रता नाल गुरु दरबार विच आप जी सज के सतगुरु दी पावन बाणी दे शब्द कीर्तन भाई साहिब भाई मुख्तियार सिंह जी तिन्हां दे समूह जथे पासों सरवण कर रहे सी। अज दे विशेष गुरमत समागम जून 1984 दे कल्लू घारे दी याद विच समूह शहीदां दी शहादत नूं चेते करदिआं जो परसों दे रोज़ तो ये दीवान समागम चल रहे हैं, आप जी इन्हां विच हाज़री भर रहे हो। दरअसल असीं कल्लू घारे नूं जिस वेले याद करन दी गल करदे हां जां असीं शहीदां दी गल करदे हां ते मैनूं कई वार इवें महसूस हुंदा है शहीद तां साडे वास्ते माण ते फकर दी गल हुंदी है, जिहड़े अपने स्वार्थ तो उपर उठ के किसी समूह लई सोचते हैं। पर जदों असीं कल्लू घारे दा जिक्र करते हैं तो इसका मतलब हुंदा है अपने जख्म नूं वेखना।
ਆਪਣੀ ਪੀੜ ਦਾ ਅਨੁਭਵ ਕਰਨਾ, ਆਪਣੇ ਤਨ ਦੇ ਉੱਤੇ ਲੱਗੇ ਹੋਏ ਫੱਟ ਵੱਲ ਨਿਗਾਹ ਮਾਰਨੀ ਕਿ ਕਿੰਨਾ ਕੁ ਡੂੰਘਾ ਹੈ, ਇਹਦੀ ਪੀੜ ਮੈਨੂੰ ਕਿੰਨਾ ਕੁ ਬੇਚੈਨ ਕਰਦੀ ਹੈ। ਤੋ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ। ਮਤ ਇਹ ਸੋਚਣਾ ਅਸੀਂ ਘੱਲੂਘਾਰਾ ਮਨਾ ਕੇ ਕੋਈ ਬਹੁਤ ਵੱਡੀ ਅਹਿਸਾਨ ਵਾਲੀ ਗੱਲ ਕਰ ਰਹੇ ਨਹੀਂ, ਅਸੀਂ ਆਪਣੇ ਜ਼ਖਮ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰ ਰਹੇ। ਸਾਡੇ ਅੰਦਰ ਦੱਬੀਆਂ ਹੋਈਆਂ ਕੁਝ ਪੀੜਾਂ ਹਨ, ਕੁਝ ਦਰਦ ਹਨ, ਜਿਨ੍ਹਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਹਰ ਵੇਲੇ ਹੀ ਮਹਿਸੂਸ ਕਰਦੇ ਰਹਿੰਦੇ ਹਾਂ। ਪਰ ਜਦੋਂ ਉਹ ਘੜੀ ਆਉਂਦੀ ਹੈ, ਜਦੋਂ ਇਹ ਫੱਟ ਸਾਡੇ ਲੱਗਾ ਹੁੰਦਾ ਹੈ, ਉਸ ਸਿਚੁਏਸ਼ਨ ਨੂੰ ਜਿਸ ਵੇਲੇ ਅਸੀਂ ਯਾਦ ਕਰਦੇ ਹਾਂ ਤੇ ਸਾਡੀਆਂ ਉਹ ਪੀੜਾਂ ਤਿੱਖੀਆਂ ਹੋ ਉੱਠਦੀਆਂ। ਸਵਾਓ ਜਿੱਥੇ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਲਾਹਾ ਲਿਆ ਹੈ, ਗੁਰੂ ਕੀ ਪਾਵਨ ਬਾਣੀ ਔਰ ਘੱਲੂਘਾਰੇ ਦੇ ਸੰਦਰਭ ਵਿੱਚ ਕੁਝ ਕੁ ਸਮਾਂ ਆਪਾਂ ਵਿਚਾਰ ਸਾਂਝੇ ਕਰਨੇ ਹਨ। ਉਮੀਦ ਹੈ ਆਪ ਜੀ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਕੁਝ ਸਮਾਂ ਹੋਰ ਦੀਵਾਨ ਵਿੱਚ ਬੈਠਣ ਦੀ ਖੇਚਲ ਕਰੋਗੇ, ਕਿਉਂਕਿ ਜਿਸ ਦਿਨ ਦੀ ਆਪਾਂ ਯਾਦ ਵਿੱਚ ਜੁੜੇ ਹਾਂ, ਇਹ ਕੋਈ ਸਧਾਰਨ ਘਟਨਾ ਨਹੀਂ ਤੇ ਸਧਾਰਨ ਦਿਨ ਨਹੀਂ। ਸਵਾਓ ਸਭ ਤੋਂ ਪਹਿਲਾਂ ਗਰੀਬ ਨਵਾਜ਼ ਕਲਗੀਧਰ ਮਹਾਰਾਜ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੰਭ ਕਰਦੇ ਹਾਂ ਗਰੀਬ ਨਵਾਜ਼ ਦੀ ਪਾਵਨ ਬਾਣੀ ਤੋਂ। ਭਾਈ ਸਾਹਿਬ ਜੀ ਸ਼ਬਦ ਗਾਇਨ ਕਰ ਰਹੇ ਸਨ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਅਸੀਂ ਬੱਚਿਆਂ ਨੂੰ ਖੇਡਦਿਆਂ ਵੇਖ ਰਹੇ ਹਾਂ ਔਰ ਆਪਣੇ ਘਰਾਂ ਵਿੱਚ ਵੀ ਖੇਡਦਿਆਂ ਵੇਖਦੇ ਹਾਂ। ਲਾਡ ਦਾ ਅਰਥ ਕੀ ਹੁੰਦਾ ਹੈ? ਮਾਂ ਪਿਓ ਦੀ ਛਤਰ ਛਾਇਆ ਵਿੱਚ, ਉਹਦੀ ਮੁਹੱਬਤ ਵਿੱਚ ਬੱਚਾ ਜਦੋਂ ਅਠਖੇਲੀਆਂ ਕਰਦਾ ਹੈ, ਮੌਜ ਕਰਦਾ ਹੈ। ਹਾਲਾਂਕਿ ਮਾਂ-ਬਾਪ ਉਸ ਨੂੰ ਤਹਿਜੀਬ ਵੀ ਸਿਖਾਉਂਦੇ ਨੇ, ਚੇਤੇ 'ਚ ਰੱਖਿਓ। ਲਾਡ ਦਾ ਮਤਲਬ ਇਹ ਨਹੀਂ ਵੀ ਤੁਸੀਂ ਮਾਂ ਦਾ ਸਿਰ ਖੋਹ ਦਿਓ, ਪਿਓ ਦੀ ਦਾੜੀ ਪੁੱਟ ਦਿਓ, ਇਹ ਲਾਡ ਨਹੀਂ ਹੈ। ਬੱਚਾ ਜਦੋਂ ਆਪਣੀ ਲਾਡ ਦੀ ਲਿਮਿਟ ਨੂੰ ਕ੍ਰੋਸ ਕਰਨ ਲੱਗਦਾ ਹੈ, ਜਦੋਂ ਉਹ ਫਰਕ ਭੁੱਲ ਜਾਂਦਾ ਹੈ ਵੀ ਪਿਓ ਜਾਂ ਮਾਂ ਦੇ ਪਿਆਰ ਨੂੰ ਮੰਨਣਾ ਕੀ ਹੈ ਤੇ ਤਹਿਜੀਬ ਛੱਡਣੀ ਕੀ ਹੈ, ਤਮੀਜ਼ ਤੋਂ ਬਾਹਰ ਜਾਣਾ ਕੀ ਹੈ, ਮਾਂ ਤੇ ਸਿਆਣਾ ਬਾਪ ਉਦੋਂ ਹੀ ਟੋਕੇਗਾ ਬੱਚੇ ਨੂੰ। ਇਹ ਨਹੀਂ, ਤੈਨੂੰ ਖੇਡਣ ਦੀ ਖੁੱਲ੍ਹ ਹੈ, ਤੈਨੂੰ ਪਹਿਨਣ ਦੀ ਖੁੱਲ੍ਹ ਹੈ, ਤੈਨੂੰ ਖਾਣ ਦੀ ਖੁੱਲ੍ਹ ਹੈ, ਤੈਨੂੰ ਪ੍ਰੇਮ ਵਿੱਚ ਆ ਕੇ ਨੱਚਣ ਕੁੱਦਣ ਦੀ ਖੁੱਲ੍ਹ ਹੈ, ਪਰ ਇਹ ਖੁੱਲ੍ਹ ਨਹੀਂ ਹੈ। ਤੋ ਲਾਡ ਵੀ ਇੱਕ ਲਿਮਟ ਤੇ ਇੱਕ ਤਹਿਜੀਬ ਵਿੱਚ, ਇੱਕ ਸੰਚੇ ਵਿੱਚ, ਇੱਕ ਦਾਇਰੇ ਵਿੱਚ ਵਿਚਰਦਾ ਹੀ ਸੋਹਣਾ ਲੱਗਦਾ। ਜਦੋਂ ਕੋਈ ਲਾਡ ਦੇ ਨਾਂ ਦੇ ਉੱਤੇ ਸੀਮਾ ਨੂੰ ਉਲੰਘਣ ਦੀ ਕੋਸ਼ਿਸ਼ ਕਰੇ, ਹੱਦ ਨੂੰ ਤਿਆਗਣ ਦੀ ਕੋਸ਼ਿਸ਼ ਕਰੇ, ਤਾਂ ਉਹ ਲਾਡ ਨਹੀਂ ਰਹਿ ਜਾਂਦਾ, ਉਹ ਬਦਤਮੀਜ਼ੀ ਬਣ ਜਾਂਦੀ। ਉਹ ਲਾਡ ਨਹੀਂ ਰਹਿ ਜਾਂਦਾ, ਉਹ ਇਉਂ ਕਹਿ ਲਓ ਵੀ ਉਹ ਸ਼ੈਤਾਨੀਅਤ ਹੋ ਜਾਂਦੀ ਹੈ। ਇਸੇ ਕਰਕੇ ਆਪਾਂ ਬੱਚੇ ਨੂੰ ਕਹਿੰਦੇ ਸ਼ਰਾਰਤ ਨਹੀਂ ਕਰਨੀ। ਤੁਸੀਂ ਕਦੇ ਥੋੜ੍ਹਾ ਕਹਿੰਦੇ ਹੋ ਖੇਡਣਾ ਨਹੀਂ, ਤੁਸੀਂ ਇਹ ਕਦੇ ਥੋੜ੍ਹਾ ਕਹਿੰਦੇ ਹੋ ਵੀ ਹੱਸਣਾ ਨਹੀਂ, ਤੁਸੀਂ ਇਹ ਥੋੜ੍ਹਾ ਕਹਿੰਦੇ ਹੋ ਬੱਚੇ ਨੂੰ ਬੋਲਣਾ ਨਹੀਂ। ਨਹੀਂ, ਤੁਸੀਂ ਤੇ ਆਪ ਖਿਡੌਣੇ ਲਿਆ ਕੇ ਦਿੰਦੇ ਹੋ, ਤੁਸੀਂ ਉਹਨੂੰ ਖੇਡਣ ਵਾਸਤੇ ਕਹਿੰਦੇ ਹੋ। ਜਦੋਂ ਹੱਸਦਾ ਤੇ ਤੁਹਾਡੇ ਚਿਹਰੇ 'ਤੇ ਮੁਸਕਾਨ ਆ ਜਾਂਦੀ, ਜਦੋਂ ਬੋਲਣਾ ਸਿੱਖਦਾ ਜਾਂ ਬੋਲਦਾ ਜਿਸ ਵੇਲੇ ਤੇ ਤੁਸੀਂ ਧਿਆਨ ਨਾਲ ਸੁਣਦੇ ਹੋ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹੋ। ਕਈ ਵਾਰ ਤਾਂ ਉਹਦੇ ਨਾਲ ਤੋਤਲੀ ਆਵਾਜ਼ ਵਿੱਚ ਵੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਹੋ, ਇੰਨੀ ਵੱਡੀ ਉਮਰ ਦੇ ਹੋ ਕੇ। ਨਹੀਂ, ਜਦੋਂ ਤੁਸੀਂ ਕਹਿੰਦੇ ਹੋ ਇੱਲਤ ਨਹੀਂ ਕਰਨੀ, ਸ਼ਰਾਰਤ ਨਹੀਂ ਕਰਨੀ, ਤੇ ਉਸ ਵੇਲੇ ਤੁਸੀਂ ਉਹਦੇ ਫਿਜ਼ੀਕਲੀ ਐਕਸ਼ਨ ਨਹੀਂ ਰੋਕ ਰਹੇ ਹੁੰਦੇ। ਉਸ ਵੇਲੇ ਤੁਸੀਂ ਉਹਨੂੰ ਤਮੀਜ਼ ਦੱਸ ਰਹੇ ਹੁੰਦੇ ਹੋ ਵੀ ਤੇਰਾ ਲਾਡ, ਤੇਰੀ ਖੇਡ ਜਿਹੜੀ ਉਹ ਵੀ ਇੱਕ ਦਾਇਰੇ 'ਚ ਸੋਹਣੀ ਲੱਗਦੀ ਹੈ। ਜਦੋਂ ਤੂੰ ਭੰਨ ਤੋੜ ਕਰੇਂਗਾ, ਡਿਸਟਰਬ ਕਰੇਂਗਾ, ਜਦੋਂ ਤੂੰ ਆਪਣੇ ਦਾਇਰੇ ਨੂੰ ਉਲੰਘ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰੇਂਗਾ, ਉਹ 'ਤੇ ਲਾਡ ਨਹੀਂ ਰਹਿ ਜਾਣਾ, ਉਹ ਸ਼ਰਾਰਤ ਬਣ ਜਾਣੀ। ਤੋ ਖੇਡ ਸ਼ਰਾਰਤ ਨਾ ਹੋਵੇ। ਦੁਨੀਆ 'ਚ ਮੈਂ ਸੋਚਦਾ ਕਿਹੜੀ ਚੀਜ਼ ਦੀ ਮਰਿਆਦਾ ਨਹੀਂ? ਬੱਚੇ ਦੇ ਖੇਡਣ ਦੀ ਤਾਂ ਮਰਿਆਦਾ ਹੀ ਆ ਨਾ, ਬੱਚੇ ਦੇ ਹੱਸਣ ਦੀ ਵੀ ਤਾਂ ਮਰਿਆਦਾ ਹੀ ਆ ਨਾ। ਕਿ ਅਸੀਂ ਕਿਸੇ ਐਸੀ ਜਗ੍ਹਾ ਦੇ ਉੱਤੇ ਜਾ ਕੇ ਕਿਸੇ ਦੇ ਮਰਨ ਦੇ ਉੱਤੇ ਅਫਸੋਸ ਕਰਨ ਗਏ ਹੋਈਏ, ਕਿਸੇ ਬਿਮਾਰ ਦਾ ਪਤਾ ਲੈਣ ਗਏ ਹੋਏ, ਸੀਰੀਅਸ ਕੰਡੀਸ਼ਨ ਵਿੱਚ ਹੋਵੇ, ਤੁਸੀਂ ਹੱਸਣਾ ਲਾਓ ਕਰੋਗੇ? ਨਹੀਂ।
हसना माड़ी गल नहीं, पर एक दायरे विच है जिहड़ा वो सुख दिंदा है, ते लिमिट तो बाहर गलत थां ते गलत ढंग नाल हसिया होया कोई डिग रहा होवे ते तुसीं हस पाओ, ठीक है। तुहानूं अगला कहेगा भावें कुछ नहीं, पर मन विच सोचेगा कितना मूर्ख इंसान है, मेरी मदद करन दी बजाय मैनूं मखौल कर रहा। हसन की भी एक मर्यादा है, बोलण की भी एक मर्यादा है। जदों बंदा मर्यादा विच रहना सीख जाए उही असल लाड है। वो लाड मालक नूं खुशी देंदा है। बच्चा जदों बड़े तमीज़ नाल घर विच विचरदा है, खेडदा है, माँ बाप दीआं दित्तियां चीज़ां वरतदा है, उन्हां नूं खुशी हुंदी, उहदे लई दुख भी सह लैंदे ने, कोई नहीं साडा बच्चा, और उहदे ते माण भी करदे ने। तो मेरे पंचम पातशाह हजूर इस भाव विच लाड कहिंदे ने, तेरा भरोसे प्यारे। पहली गल तां मेरा तेरे ते यकीन है कि तू जो भी मैनू मत देंगा, जिहो जिहा भी मैनू राह विखाएगा, जो तेरे गुण हैं, तेरा हुक्म है, वो मेरे लिए चंगा है, मेरे लिए भला है। तेरा भरोसे प्यारे मैं लाड लड़ाया, मैं लाड नाल जी रहा हाँ, मैं तेरी मुहब्बत नूं माणदा होया जी रहा हाँ, मैं तेरे प्रेम विच ही अपना सारा जीवन जिहड़ा है वो बसर कर रहा हाँ। भूलें चूकें बारक, फिर भी बच्चे हाँ, बालक हाँ, भुल्लां भी होणगियां, गलतियां भी होणगियां, पर तेरे अंदर माँ बाप वर्गा वड्डपण है। कोई गृहस्थी ही, मैं कई बार विचार करदा, कोई गृहस्थी ही परमेश्वर का तस्वर माँ बाप के रूप च कर सकदा है। अपने आप को बच्चा कह सकदा, रब नूं भरा भी कोई गृहस्थी कह सकदा, रब नूं रिश्तेदार भी कोई गृहस्थी आख सकदा। त्यागी ने कित्थों आखना, वो तो रिश्तियां नूं ठोकर मार के तुर गया। इस करके जोगी नहीं कहणगे तू मेरी माँ है, उन्होंने मूँह फब्बदा भी नहीं। एक माँ तो घर छड्ड के तुर गए, उन्हें आख्या नरक है, गृहस्थ ते नरक है। सन्यासी के मूँह ये गल नहीं जचेगी भी रब परमेश्वर वाहिगुरू तू मेरे भरा वर्गा है, जिहड़े भरावां नूं विलकदा छड्ड के तू घरों निकल गया है, तो जिन्हां नूं तू कह छड्डिया है भी ये नरक है, ये माया का मोह है, एक हनेरा खूह है, तैनूं की हक है रब नूं भरा आखें? जिहड़ा घर भरा सी तो उहदे च रब तां वेखिया ना। घर जिहड़ी माँ सी जन्मदाती, जिसने पालिया वो पिता, वो फैमिली, तैनूं की हक है? तू हुण रब चों रिश्ते पाड़दा, तू रिश्तियां चों जे रब नहीं ना वेख्या तो तैनूं किते नहीं दिसना। बस इन्ना फर्क समझ लेना। परमेश्वर जदों सर्वव्यापी है तो उन्होंने हर जगह ही महसूस करना है। तो हजूर महाराज नूं रिश्ते बड़े प्यारे हैं, ये नाते बड़े प्यारे हैं। उन्होंने अपनी माँ भी प्यारी है, बाप भी प्यारा है, बच्चे भी प्यारे हैं, मित्र भी प्यारे, सारा परिवार ही प्यारा है। इस करके जदों रब नूं भी याद करनगे कहणगे तू हर पिता माया, हे हरि तू मेरा प्यो है, तू मेरी माँ है। इथों तक क्या सतगुर मित्र मेरा बाल सखाई, तू मेरा मित्र है। मेरे मीत गुरुदेव, हे मेरे मित्र गुरु प्रकाश स्वरूप परमेश्वर जी, तू मेरा मित्र है। हर जी माता, हर जी पिता, हर जीओ प्रत पालक, हर जी मेरी सार करे हम हर के बारे। ते मैं बच्चा हाँ, जिथे भी मैं शरारत के दौर में कदम रख लेना, लाड तो बाहर जाके तू उत्थे ही अपने हुक्म राही मैनू समझाउंदा है, तो मैं तेरे भाणे नूं मिठा करके मनदा, मैं तेरी रजा विच राजी रहिंदा। जिवें माँ बाप बच्चे का भला लोड़ते हैं, तू भी मेरा भला लोड़। मैं कदे नहीं कहता रब मेरे नाल वैर करदा, मैं कदे नहीं आखदा, मैं कदे नहीं कहता भी रब मेरे नाल धक्का करदा है। नहीं, मैनूं पता है बाप ते माँ की चपेड़ विच भी साडे भविख की भलाई की कामना लुकी होंदी। मैं जानदा उन्हां दी झिड़क विच भी, जे गुर झिड़के तां मीठा लागे, जे बख्शे तां गुर वढियाई। जो बख्श रहा मतलब वह मेरा गुण उन्होंने, मेरी चंगियाई उन्होंने भा गई है, मैं सही ट्रैक पर हाँ। जे झिड़क है तो मैनू मिठी लगती है, क्योंकि मेरे लिए है। तो सतगुरु ने अगला वाक किया, सुहेला कहन कहावन, सौखा है कहना ते कहा लैना। किहड़ी चीज़ नूं? तेरा बिखम भावन, पर तेरा भाणा प्रवान करन, असैप्ट करना। भाणे का मतलब पता, ये तीन चीज़ां ने, एक है हुक्म, दूजा है रजा, तीजा है भाणा। हुक्म की है?
ਸੰਖੇਪ 'ਚ ਕਹਿ ਦੇ, ਗੱਲਾਂ ਕਈ ਵਾਰ ਰਲ ਗੱਡ ਹੋ ਜਾਂਦੀਆਂ ਨੇ ਤੇ ਪ੍ਰਕਰਨ ਨਿਸ਼ੇਧ ਹੋ ਜਾਂਦਾ। ਇਹਨੂੰ ਆਪਾਂ ਕਹਿੰਦੇ ਆਊਟ ਆਫ ਕੰਟੈਕਸਟ ਗੱਲ ਹੋ ਜਾਂਦੀ ਹੈ, ਉਹਨੂੰ ਪ੍ਰਕਰਨ ਨਿਸ਼ੇਧ ਕਹਿੰਦੇ ਨੇ। ਪਹਿਲਾ ਹੈ ਹੁਕਮ। ਹੁਕਮ ਦਾ ਮਤਲਬ ਕੀ ਹੈ? ਰੂਲ, ਨਿਯਮ, ਪਰਮੇਸ਼ਰ ਵਾਹਿਗੁਰੂ ਦਾ ਬਣਾਇਆ ਹੋਇਆ ਕਾਇਦਾ ਕਾਨੂੰਨ, ਜਿਸ ਮੁਤਾਬਕ ਸਾਰੀ ਕਾਇਨਾਤ ਚੱਲ ਰਹੀ। ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ। ਤੇ ਰਜ਼ਾ ਕੀ ਹੈ? ਹੁਕਮ ਅਨੁਕੂਲ ਚੱਲਣਾ। ਤੁਸੀਂ ਪੰਕਤੀ ਪੜ੍ਹਦੇ ਹੋ, ਹੁਕਮ ਰਜ਼ਾਈ ਚੱਲਣਾ, ਹੁਕਮ ਦੇ ਅਨੁਕੂਲ ਜੀਣਾ, ਹੁਕਮ ਦੇ ਮੁਤਾਬਕ ਜ਼ਿੰਦਗੀ ਨੂੰ ਉਸ ਵਾਹਿਗੁਰੂ ਦੇ ਸਮਰਪਿਤ ਹੋ ਕੇ ਬਤੀਤ ਕਰਨਾ। ਫਿਰ ਜਦੋਂ ਤੁਸੀਂ ਰਜ਼ਾ ਵਿੱਚ ਹੋ ਤੇ ਜੋ ਵੀ ਉਹਦਾ ਰਿਜ਼ਲਟ ਨਿਕਲੇਗਾ ਉਹਨੂੰ ਤੁਸੀਂ ਅਸੈਪਟ ਕਰੋ। ਉਹਨੂੰ ਹਜ਼ੂਰ ਨੇ ਕਿਹਾ ਤੇਰਾ ਭਾਣਾ ਤੂੰ ਹੈ ਮਨਾਏ। ਭਾਣੇ ਦੀ ਸਟੇਜ ਤੀਜੀ ਹੈ। ਭਾਣੇ ਦਾ ਅਰਥ ਹੈ ਮੈਂ ਉਸ ਨੂੰ ਜੋ ਵੀ ਰਿਜ਼ਲਟ ਨਿਕਲਿਆ ਮੈਨੂੰ ਅਸੈਪਟ ਕਰਦਾ, ਮੈਂ ਗਿਲਾ ਨਹੀਂ ਕਰਦਾ, ਪ੍ਰਵਾਨ ਕਰਦਾ। ਹਜ਼ੂਰ ਕਲਗੀਧਰ ਸਾਹਿਬ ਨੇ ਜੰਗ ਲੜੀ, ਉਹਨਾਂ ਤਾਂ 14 ਜੰਗਾਂ ਵੈਸੇ ਲੜੀਆਂ, ਪਰ ਮੈਂ ਇੱਕ ਜੰਗ ਦਾ ਜ਼ਿਕਰ ਕਰ ਰਿਹਾ, ਚਮਕੌਰ ਦੀ ਜੰਗ। ਉਹਨਾਂ ਦੇ ਨਾਲ ਕੇਵਲ ਗਿਣਤੀ ਦੇ ਸਿੱਖ ਸਨ, 43-44 ਸਿੱਖਾਂ ਦੀ ਗਿਣਤੀ। ਉਹਨਾਂ ਦੇ 2 ਸਾਹਿਬਜ਼ਾਦੇ ਸਨ। ਕੁੱਲ ਗਿਣਤੀ ਗੁਰੂ ਸਾਹਿਬ ਨੂੰ ਪਾ ਕੇ 46-47 ਬਣਦੀ। ਦੁਨੀਆ ਦੀ ਮਹਾਨ ਅਸਾਮੀ ਜੰਗ ਚਮਕੌਰ ਦੇ ਰਣ ਤੱਤੇ ਅੰਦਰ ਹੋਈ ਤੇ ਹਜ਼ੂਰ ਮਹਾਰਾਜ ਦੇ ਜਾਨ ਤੋਂ ਪਿਆਰੇ ਹਜ਼ੂਰੀ ਸਿੱਖ ਆਪਣੀ ਜਾਨ ਨਿਸ਼ਾਵਰ ਤੇ ਕੁਰਬਾਨ ਕਰਦੇ ਗਏ। ਜੰਗ ਹੋ ਰਹੀ ਹੈ, ਸਿੱਖਾਂ ਦੀਆਂ ਸ਼ਹੀਦੀਆਂ ਹੋ ਰਹੀਆਂ। ਇੱਥੋਂ ਤੱਕ ਹਜ਼ੂਰ ਦੇ ਆਪਣੇ 2 ਜਿਗਰ ਦੇ ਟੁਕੜੇ, 2 ਸਾਹਿਬਜ਼ਾਦੇ, 2 ਪੁੱਤਰ ਵੀ ਹਜ਼ੂਰ ਦੀ ਪਾਕ ਦ੍ਰਿਸ਼ਟੀ ਦੇ ਸਾਹਮਣੇ ਮੈਦਾਨੇ ਜੰਗ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਮਹਾਰਾਜ ਨੇ ਆਖਿਆ ਜੇ ਮੈਂ ਇੱਥੇ ਨਾ ਰੁਕਦਾ, ਕਿਤੇ ਕਿਹਾ ਜੇ ਮੈਂ ਇੱਥੇ ਨਾ ਰੁਕਦਾ ਤੇ ਘਟਨਾ ਨਹੀਂ। ਆਖਿਆ ਨਹੀਂ, ਮੈਂ ਐਕਸੈਪਟ ਕਰਦਾ। ਵਾਹਿਗੁਰੂ ਜੋ ਰਿਜ਼ਲਟ ਨਿਕਲਿਆ ਮੈਨੂੰ ਪ੍ਰਵਾਨ ਕਰਦਾ, ਮੈਨੂੰ ਕੋਈ ਗਿਲਾ ਨਹੀਂ। ਇਹਨੂੰ ਮਰਦਾਊਪਣਾ ਕਹਿੰਦੇ ਹਨ, ਇਹਨੂੰ ਹੁਕਮੀ ਬੰਦਾ ਕਹਿੰਦੇ ਹਨ। ਹੋ ਸਕਦਾ ਕਿਸੇ ਨੇ ਉਸ ਵੇਲੇ ਕਿਹਾ ਹੋਵੇ ਜੇ ਮਹਾਰਾਜ ਉੱਥੇ ਥੋੜ੍ਹੀ ਬਹੁਤ ਲੈ ਦੇ ਕੇ ਸਮਝੌਤਾ ਕਰ ਲੈਂਦੇ ਤੇ ਹੋ ਸਕਦਾ ਸੀ 2 ਪੁੱਤਰ ਬਚ ਜਾਂਦੇ, 2 ਅੱਗੇ ਜਾ ਕੇ ਬਚ ਜਾਂਦੇ। ਨਹੀਂ, ਜਦੋਂ ਤੁਸੀਂ ਆਪਣੇ ਰਾਹ ਦੇ ਉੱਤੇ ਹੋ, ਜਾਂ ਤਾਂ ਤੁਰਦੇ ਨਹੀਂ ਤੁਸੀਂ, ਤੇ ਜੇ ਤੁਰੇ ਹੋ ਤੇ ਤੁਹਾਨੂੰ ਇਸ ਗੱਲ ਦਾ ਪਹਿਲਾਂ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਕੀ ਕੁਝ ਵਾਪਰ ਸਕਦਾ। ਦੁਸ਼ਮਣ ਬਾਤ ਕਰੇ ਅਨਹੋਣੀ। ਜਿਹੜਾ ਤੁਹਾਡੀ ਜਾਨ ਦਾ ਹੋਈ ਵੈਰੀ ਜਾਏ ਉਹ ਤੁਹਾਡੇ ਨਾਲ ਭਲੀ ਕਦੋਂ ਕਰੇਗਾ? ਜਾਂ ਉਹ ਤੁਹਾਨੂੰ ਹੌਲੀ ਹੌਲੀ ਮਿੱਠਾ ਜ਼ਹਿਰ ਦੇ ਕੇ ਮਾਰੇਗਾ ਤੇ ਜਾਂ ਤੁਹਾਡੇ ਉੱਤੇ ਗੋਲੀ ਚਲਾਏਗਾ। ਇਹ ਤੁਹਾਨੂੰ, ਮੈਂ ਕਈ ਵਾਰ ਸੋਚਦਾ ਇੱਕ ਨਾਰਮਲ ਜੀ ਗੱਲ ਵੇਖਿਓ, ਘਰ ਵਿੱਚ ਪਾਲਤੂ ਜਾਨਵਰ ਆਪਾਂ ਰੱਖਦੇ ਹਾਂ। ਮੈਂ ਫੋਰ ਐਗਜ਼ਾਮਪਲ ਗੱਲ, ਇੱਕ ਬਿੱਲੀ ਕਿੰਨਾ ਕੁ ਕੋਮਲ ਜੀਵ ਹੈ ਵੇਖੋ। ਤੁਸੀਂ ਉਹਨੂੰ ਖਿਜਾਈ ਜਾਓ ਨਾ, ਖਿਜਾਈ ਜਾਓ, ਉਹਨੂੰ ਘੇਰੀ ਜਾਓ, ਜਦੋਂ ਉਹਨੂੰ ਲੱਗ ਪਵੇ ਵੀ ਮੇਰੀ ਜਾਨ ਤੇ ਬਣ ਆਈ, ਉਹ ਵੀ ਕੁੱਦ ਕੇ ਤੁਹਾਡੇ, ਉਹਦਾ ਆਖਰੀ ਦਾਅ ਹੁੰਦਾ ਕੁੱਦ ਕੇ ਗਲ ਪੈ ਜਾ ਵੀ ਸ਼ਾਇਦ ਮੇਰੀ ਜਾਨ ਐਵੇਂ ਬਚ ਜਾਏ। ਸਾਡੇ ਗੁਰੂ ਨੇ ਜੰਗ ਨੂੰ ਪਹਿਲਾ ਨੰਬਰ ਨਹੀਂ ਦਿੱਤਾ, ਅਖੀਰਲਾ ਨੰਬਰ ਦਿੱਤਾ। ਉਹਨਾਂ ਦਲੀਲ ਨੂੰ, ਉਹਨਾਂ ਅਪੀਲ ਨੂੰ, ਅਪੀਲ ਨੂੰ ਵੀ ਮਾੜਾ ਨਹੀਂ ਮੰਨਿਆ ਵੀ ਇੱਕ ਤਗੜੀ ਜਗ੍ਹਾ ਤੇ ਤਕੜਾ ਆਦਮੀ ਹੈ, ਚਲੋ ਉਹਨੂੰ ਰਿਕੁਐਸਟ ਕਰਦੇ ਆਂ। ਇਹ ਕੋਈ ਮਾੜੀ ਖੇਡ ਨਹੀਂ, ਧਿਆਨ ਵਿੱਚ ਰੱਖਣਾ। ਦਲੀਲ ਇਹ ਹੈ ਕਿ ਉਹਦੇ ਨਾਲ ਆਰਗੂਮੈਂਟ ਕਰੋ ਵੀ ਗੱਲ ਤੂੰ ਗਲਤ ਕਰ ਰਿਹਾ। ਤੇ ਹੋ ਸਕਦਾ ਉਹ ਆਪਣੀ ਈਗੋ ਕਰਕੇ ਸਾਡੀ ਸਲਾਹ ਨਾ ਸੁਣੇ ਵੀ ਮੈਨੂੰ ਤੁਸੀਂ ਬੇਵਕੂਫ ਸਮਝਦੇ ਹੋ। ਹਜ਼ੂਰ ਨੇ ਆਖਿਆ ਚਲੋ ਆਪਾਂ ਥੋੜਾ ਜਿਹਾ ਹੋਰ ਪੈਂਤੜਾ ਬਦਲ ਲੈ, ਸਿਚੁਏਸ਼ਨ ਨੂੰ ਹੈਂਡਲ ਕਰਨ ਨੂੰ ਨਾ ਆਖਿਆ ਅਪੀਲ ਵੀ ਕਰ ਸਕਦੇ ਹਾਂ ਆਪਾਂ, ਰਿਕੁਐਸਟ ਕਰੋ ਵੀ ਇੱਦਾਂ ਨਾ ਕਰ, ਇਹ ਸਹੀ ਨਹੀਂ ਹੈ, ਇਹਦਾ ਨਤੀਜਾ ਬੁਰਾ ਨਿਕਲੇਗਾ। ਪਰ ਜਦੋਂ ਅਗਲਾ ਤੁਹਾਡੀ ਦਲੀਲ ਨਾਲ ਵੀ ਸਹਿਮਤ ਨਾ ਹੋਏ ਤੇ ਤੁਹਾਡੀ ਅਪੀਲ, ਤੁਹਾਡੀ ਰਿਕੁਐਸਟ ਨੂੰ ਤੁਹਾਡੀ ਕਮਜ਼ੋਰੀ ਸਮਝ ਕੇ ਫਿਰ ਵੀ ਤੁਹਾਡੇ ਗਲਾਵੇਂ ਨੂੰ ਹੱਥ ਪਾਏ, ਤੁਹਾਡੇ ਕੋਲ ਤੀਜਾ ਚਾਰਾ ਕੀ ਹੈ ਕਿ ਤੁਸੀਂ ਉਹਦੇ ਕੋਲੋਂ ਆਰਾਮ ਨਾਲ ਮਰਨਾ ਚਾਹੁੰਦੇ ਹੋ, ਜਾਂ ਤਾਂ ਉਹਦੇ ਨਾਲ ਸਹਿਮਤ ਹੋ ਜਾਓ ਤੇ ਉਹ ਤੁਹਾਨੂੰ ਆਪਣੇ ਪੈਰਾਂ ਦੀ ਖਾਕ ਸਮਝ ਕੇ ਮਧੋਲਦਾ ਰਹੇ, ਔਰ ਕੇਵਲ ਤੁਸੀਂ ਨਹੀਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ। ਤੇ ਗੈਰਤਮੰਦ ਆਖਦਾ ਜੇ ਮੇਰੀ ਰਿਕੁਐਸਟ ਤੈਨੂੰ ਚੰਗੀ ਨਹੀਂ ਲੱਗੀ, ਜੇ ਮੇਰੀ ਦਲੀਲ ਵੀ ਤੂੰ ਸੁਣਨਾ ਪਸੰਦ ਨਹੀਂ ਕਰਦਾ, ਤੇ ਫਿਰ ਕੁਦਰਤ ਨੇ ਸੰਸਾਰ ਦਾ ਕੋਈ ਐਸਾ ਜੀਵ ਨਹੀਂ ਬਣਾਇਆ ਜਿਹੜਾ ਆਪ ਧੌਣ ਜਾ ਕੇ ਨੀਵੀਂ ਕਰ ਦੇਵੇ, ਵੀ ਕਹਿ ਦੇਵੇ ਮੈਨੂੰ ਗੁਲਾਮ ਕਰ ਲਓ। ਪਸ਼ੂ ਵੀ ਕਿੱਲੇ ਤੋਂ ਖੁੱਲ ਜਾਏ ਨਾ ਤੇ ਦੌੜ ਲਾ ਕੇ ਜ਼ਰੂਰ ਆਉਂਦਾ, ਖਲੋਤਾ ਨਹੀਂ ਰਹਿੰਦਾ। ਉਹਨੂੰ ਪਤਾ ਹੁੰਦਾ ਮਾਲਕ ਨੇ ਮੈਨੂੰ ਫੜ ਲੈਣਾ, ਪਰ ਮੈਂ ਭੱਜ ਕਿਤੇ ਵੇਖਾਂ।
मैं दौड़ के तो वेखां। पंछी भले ही गुलाम हो जाता है पिंजरे का, पर वो एक बार आसमान की उडारी जरूर मार के आता है, वो अपने खंभां की प्रवाज का आनंद जरूर लेंदा है। इस नुकते नूं समझिया जाए तो हजूर महाराज ने भावें जंग नूं अखीरला हीला दस्या, पर इस नूं मनफी तो नहीं ना किया। ये तो नहीं ना कहा भी जंग लड़न वाला धर्मी नहीं हो सकता। किते क्या किते भी सारे सिख सभ्याचार विच, सिख शास्त्रां विच, सिख ग्रंथां विच किते भी कहा होवे भी जंग लड़ना अधर्म का काम है, किते नहीं कहा। आखिरी हीला क्या है? आखिरी हीला सतगुरु ने उस तो पहला बहुत राह दिते, पर हजूर महाराज ने जे जंग नूं पहल नहीं दिती तो जंग नूं गैर जरूरी भी नहीं किते लिखिया। इस सिचुएशन उत्ते डिपेंड करता है कि तुसी किस हालात विच हो। ये तो मैं गुरमत का कीदा दस रहा, जो गुरमत का सिद्धांत है, जो गुरमत फलसफे दियाँ टर्म्स ने, उन्होंने बारे मैं आप जी के नाल विचार साझे कर रहा। इस करके तो ये ख्याल दिमाग में पहला तो वसा लईए कि जदों कोई घटना वापर जाती उस तो बाद हर कोई बंदा इवें क्यों करना सी, पर उस वेले जदों सिचुएशन होंदी उदों किसी का जोर नहीं चलता होंदा। ये चीज़ां तुहाडे दरवाजे ते आके खलो जांदियां। मैं वो पढ़दा हाँ गाथा, कलगीधर महाराज मुक्तसर दी जंग तो पहला जिस वेले उस इलाके विच रामेआना पिंड सी, उहदी जूह विच हजूर महाराज अगे दा पड़ाव उन्होंने सफ़र कर रहे सन महाराज, ते हजूर ने दूरों आउंदा एक काफिला नज़र पिया। उस काफिले विच बड़े नधड़क, बड़े महाराज नाल मिलन वरतन वाले लोग, माई भाग कौर भी उस काफिले च सी। वैसे सानू भाग कौर कहण दे उत्ते इतराज भी हुंदा, भागो ही कहने असीं, साडी आदत ही ऐसी बन गई है कि असीं तहजीब नाल अपने वडेरियां दे नाम भी लेना भुलदे जा रहे। माई भागो एडी महान औरत है, उसका नाम तो तहजीब नाल लो। खैर, माई भाग कौर आ रही है अपने पति नाल, अपने दिओर नाल, अपने दो भरावां दे नाल, अपने चचेरे भरावां दे नाल और होर बहुत सारे सिखां सहित। हजूर ने वो काफिला वेख्या तो रुक गए, तो उन्होंने वार्तालाप हुई। उन्होंने विचों कुछ मुखी सिख सन, उन्होंने कहा महाराज अपना नुकसान, हालांकि उन्होंने गल कोई सिक्खी नूं बढ़ावा देण पक्षों नहीं सी कही कि वो सिक्खी तोड़न आए सन। हो सकता तुसी मेरे विचार नाल सहमत ना हो, जो तुसीं सिख बने कोई एफीडेविट भरिया सी कि तुहाडी आत्मा की कमिटमेंट सिक्खी है। इतों तक तुसीं 5 प्यारिਆਂ कोलों अमृत भी छकदे हो ना, तुहाडे तो फार्म नहीं भराउंदे, क्योंकि ये चीज़ां जिहड़ियां ने ये फॉर्मैलिटीज़ तो बहुत उच्चियां ने। ये तुहाडी कमिटमेंट है, तुहाडा प्रण है भी महाराज मैं तुहाडी सिੱਖੀ चाहुंदा। हुण जे तुसीं मेरे तो मोहर लवाओ तो हो सकदा तुहाडे चौधियां दीयां अर्जियां मैं रिजैक्ट ही कर दियां, जिहड़े मैनूं चंगे नहीं लगणगे मैं उन्हां नूं क्यों आउण दिआंगा इस दायरे 'ਚ। इसे करके गुरु ने विचोला ही नहीं रखिया कोई। गुरु ने अपना संपर्क सीधा सिख नाल रखिया। गुरु ने संगत नूं खालसा कर लिया कि सिख और गुरु के दरम्यान तीजा कोई नहीं हो सकता। इस करके मैं अपने उस्ताद का एक वचन सदा याद करदा। वो कहिंदे सन तुसीं किसी नूं प्रेरणा करके कह सकते हो भाई बाणी पढ़ो, नितनेम करो। तुसीं किसी नूं ये कह सकते हो भी भाई बाणी नूं आप पढ़ो, तो इस तरह तुसीं उहनूं समझा सकते हो, कह लो प्रचार कर सकते हो। जिहदे नाल तुहाडा प्रेम है ना, मुहब्बत है, उन्होंने तुसीं पुछ सकते हो भी तू नितनेम करदा। पर कहंदे तुसीं डंडे की चोट नाल किसी सिख नूं जदों कहने तू इन्ना क्यों करदा, कहंदे तुहाडा हक नहीं। ये ओ गुरु नूं जवाब दे, इन्ना जवाब दिओ तुहानूं नहीं जिन्ना तुसीं इहनूं पुछण लग पए हो। तुसीं अपनी लिमिट ना लंघो। ते साडे च इस तरह ही हुंदा है, असीं गुरु नाल आत्मा का संबंध जोड़न की बजाय, गुरु दे नाल एक कमिटमेंट करन की बजाय असी फॉर्मैलिटियां च वधेरे यकीन विश्वास, इसे करके साडा आत्मक जीवन ढिला हो गया। चेते रखना, जिहड़ी आत्मा की गहराई तो शिद्दत तो गुरु नूं मुहब्बत करनी, जिहड़े जिन्हां ने सारी उम्र सेवा की, कुर्बानी की, हर तरह के यतन किए,
मैं समझदा वो इस तल दे बंदे हुंदे ने जिहड़े गुरु नाल अंदरों कमिटमेंट करके तुरदे ने। फॉर्मैलिटियां वाले तो साडे वर्गे बहुत पिछे रह जाते हैं, वो तो कैश करते हैं, वो तो बाहर खौरू ही पाउंदे ने, होर कुछ नहीं करते। उन्होंने डिस्टर्ब ही करना हुंदा हर जगह के उत्ते और करते रहिंदे ने। और ये भी नुकता ध्यान में रखिया जे, जेड़े मनुख किसी कौम की होनी सवारन तुरते ने ना, सामने वाला दुश्मन ही उन्हों का विगाड़ नहीं करता। जेड़े आले दुआले खौरू पाउण वाले हुंदे ने, जेड़े उन्होंने अपने दायरे च भी फसे हुंदे ने, वो भी उन्होंने बड़ी ट्रबल देंदे ने। सानू की लगता जून 84 के उन्होंने महान जरनैलों नूं, शहीदों नूं केवल समय की सरकार नाल जंग लड़नी पई, नहीं उन्होंने मकार किस्म के अपने लोगों नाल भी अंदरों लड़ना पिया और किन्नी मानसिक पीड़ा चों गुजरना पिया। उस पीड़ा का असीं एहसास नहीं करते। जिन्ने दोषी बाहर वाले हैं उदों किते ज़्यादा दोषी साडे घर वाले भी हैं, क्योंकि वो उस वेले दूजियां दी कुहाड़ी का दस्ता बने हुए सन। वो ये वेख रहे सन भी जे आ गल हो गई तो ये असीं इहनूं किवें कैश करांगे, जे समझौता हो गया तो किवें कैश करांगे, जे जंग हो गई तो किवें कैश करांगे, जे साडे सिख लोग मारे गए तो किवें कैश करांगे। और उन्हें कीता। पर तुसीं वेखना कदे सोच के जे किधरे सरकार कुछ मंगा मन जाती, गल बात टेबल ते हो के निबड़ जाती, तो चौधरी भी इहो ही लोग होंदे जिहड़े अज ने। तुहानूं की लगदा है जोड़ियां दी सेवा करदे हुंदे? नहीं, क्योंकि बंदे बैठे ही इस ताक, ये हुंदे ही इस तरह के ने। ये व्यापारी हैं, ये बाणीए हैं, इन्हों ने काम ही इहो जिहा करना है। इन्होंने रेट तय किए होंदे ने भी टेबल ते हुई गल का की मुल होएगा, डुले हुए लहू का की मुल होएगा, तो जिती हुई जंग का की मुल होएगा। इन्हां दीयां लिस्टां बणियां हुंदियां। फिर ये सब तो वड्डे पक्के सिख ये हुंदे कि सानू रोज़ सिक्खी दे सुनेह दिया करदे भी नहीं इस मुल्क विच इस तरह की सिक्खी होएगी। और हो सकता है जो असीं नहीं सोचते ये विद्वानां कोलों वड्डियां वड्डियां करड़ियां गल्लां भी लागू करा लेंदे। ये मैं उन्हां लोकां दी गल कर रहा जिन्हां अंदर मौका प्रस्ती हुंदी, जिहड़े कौमां दे लहू भी वेच जांदे ने। पर असीं ऐसे नकम्मियां दी याद विच नहीं जुड़ बैठे। असीं उन्हां दी याद विच जुड़ बैठे हैं जिहड़े पवित्र आत्मा तो, जिन्हां दे अंदर एक पीड़ है, एक चीज़ है भी इस बंदे का हक या इस कौम का हक उन्होंने मिलना चाहिए, वो डिजर्व करती है। असी उस पीड़ा नूं महसूस करन वालियां दी याद विच जुड़ बैठे हैं। अफजल एहसन रंधावा एक कवि होया, उसने जून 84 के घल्लूघारे के संबंध बड़ी वड्डी नज़म कविता लिखी है। वह एक बोल मैनू बड़ा टुंभदा है। वो लिखता है, अज तपदी पट्ठी बन गया मेरा सगले वाला पैर। ते अगला वचन वो लिखता है, कहता अज दुश्मन कढ़ विखालिया 5 सदियां दा वैर। अज दुश्मन कढ़ विखालिया 5 सदियां दा वैर। जदों उस सारी कविता चो मैं इस लाइन नूं पढ़दा, कई लिखारियां ने इहनूं हाईलाइट करके भी छापिया है, ये उत्ते बहुत कुछ लिखिया है। जदों लिखदा है ना, अज दुश्मन कढ़ विखालिया 5 सदियां दा वैर, तो साडी सुरत नूं गुरु नानक दे आगमन ते भगत साहिबानां दी तहजीब वल लै जांदा है। वो सानू दसदा है ये कोई कल्ली कहरी घटना नहीं जिहड़ी इत्थे वापर गई। वो कहंदे इहदियां जड़ां बहुत डूंघियां ने, बहुत पिछोकड़ विच लगियां ने, तुहानूं उत्थों अगे नूं तुरना पएगा। भाव तुहानूं अपणियां जड़ां फरोलणियां पैणगीयां, तुहानूं अपणियां जड़ां वल परतना पएगा। ते तुहानूं तुहाडे तन दे उत्ते आए हुए जख्मां दी समझ तां पैणी है भी ये क्यों होए ने। तुसीं एक बंदे नूं बलेम करके इहदे तो इस पीड़ तो बरी नहीं हो सकदे। तुसीं ये नहीं कह सकते 4 बंदियां ने कौम मरवा दी। जिहड़े बंदे ये कहंदे ने वो पिछलियां गल्लां दा भी हिसाब लैण। वो ये भी वो इस पीड़ा दे विच विचरण वाले लोगों की मानसिकता भी समझण और ये दसन कि साडा अबदाली नाल लड़ना किवें उन्होंने गलत लगता है जां किवें सही लगता है। इसदा जवाब कौन देगा? उन्होंने की लगता है कि 18वीं सदी किसी सिख नूं गल नहीं सी करनी आउंदी टेबल ते बैठ के। उन्होंने की लगता है
ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਕੂਮਤ ਨਾਲ ਗੱਲ ਕਰਨੀ ਨਹੀਂ ਸੀ ਆਉਂਦੀ? ਨਹੀਂ, ਇਹ ਤਾਂ ਸਾਡੀ ਬਲੇਮਬਾਜ਼ੀ, ਸਮਾਂ ਨੇੜੇ ਹੈ ਨਾ, ਇਸ ਕਰਕੇ ਬਲੇਮਬਾਜ਼ੀਆਂ ਹੁੰਦੀਆਂ ਨੇ। ਕੋਈ ਇਸ ਪਾਲੇ 'ਚ ਖੜਾ ਹੈ, ਕੋਈ ਇਸ ਪਾਲੇ 'ਚ ਖੜਾ ਹੈ, ਕੋਈ ਇਸ ਪਾਲੇ 'ਚ ਖੜਾ ਹੈ। ਪਰ ਅਸੀਂ, ਸਾਡਾ ਫਰਜ਼ ਇਹ ਬਣਦਾ ਹੈ ਅਸੀਂ ਆਪਣੀ ਕੌਮ ਦੀ ਧਿਰ ਵੱਲ ਖੜੀਏ। ਅਸੀਂ ਉਹ ਧਿਰਾਂ ਜਿਨ੍ਹਾਂ ਜ਼ਖਮ ਸਹਿਣ ਕੀਤੇ ਨੇ, ਸਾਡੇ ਵੱਡਿਆਂ ਨੇ ਕੀਤੇ ਨੇ, ਤਾਂ ਅਸੀਂ ਇਸ ਧਿਰ ਵੱਲ ਕਿਉਂ ਖਲੋਣਾ ਹੈ? ਇਹਦਾ ਇੱਕ ਵਜ਼ਨ ਹੈ, ਇਹਦਾ ਇੱਕ ਕਾਰਨ ਹੈ ਕਿ ਅਸੀਂ ਉਹ ਧਿਰਾਂ ਜਿਹੜੇ ਹਮਲਾਵਰ ਨਹੀਂ ਹੋਏ ਹਾਂ, ਸਾਡੇ ਉੱਤੇ ਹਮਲਾ ਹੋਇਆ ਹੈ। ਅਸੀਂ ਉਹ ਧਿਰ ਹਾਂ ਜਿਨ੍ਹਾਂ ਨੇ ਆਪਣੇ ਹੱਕ ਮੰਗਣ ਲਈ ਕੁਰਬਾਨੀ ਦਿੱਤੀ, ਹੱਕ ਖੋਹਣ ਲਈ ਨਹੀਂ ਕੀਤੀ। ਕੋਈ ਸਾਡੇ ਘਰ ਆ ਕੇ ਸਾਨੂੰ ਇਸ ਤਰ੍ਹਾਂ ਕਾਨੂੰਨ ਪੜ੍ਹਾ ਰਿਹਾ ਹੈ। ਅਸੀਂ ਤਾਂ ਕਾਨੂੰਨ ਕਦੇ ਨਹੀਂ ਸਨ ਤੋੜੇ। ਤੁਸੀਂ ਦੱਸੋ, 1947 ਦੇ ਉਜਾੜੇ ਦੇ ਵਿੱਚ, ਹਾਲਾਂਕਿ ਉਹਨੂੰ ਆਜ਼ਾਦੀ ਤੇ ਨਹੀਂ ਕਿਹਾ ਉਜਾੜਾ, ਜਾਂ ਉਹਨੂੰ ਬਟਵਾਰਾ, ਵੰਡ ਕਿਹਾ ਜਾਂਦਾ। ਪੁਰਾਣੇ ਬਜ਼ੁਰਗਾਂ ਦੇ ਤੁਸੀਂ ਬੋਲੋ, ਕਹਿੰਦੇ ਸਨ 47 ਦੇ ਰੌਲੇ, ਆਜ਼ਾਦੀ ਨਹੀਂ ਸਨ ਕਹਿੰਦੇ। ਸੋਹਣਾ ਸ਼ਬਦ ਸੀ ਉਹਨਾਂ ਦਾ, ਸਿਚੁਏਸ਼ਨ ਨੂੰ, ਹਾਲਾਤ ਨੂੰ, ਸੱਚਾਈ ਨੂੰ, ਰੌਲੇ। ਉਹ ਕਹਿੰਦੇ ਸਨ 47 ਦੇ ਰੌਲਿਆਂ ਦਾ ਸਾਨੂੰ ਚੇਤਾ ਹੈ। ਹੌਲੀ ਹੌਲੀ ਅਸੀਂ ਬੀਬੇ ਪੁੱਤ ਬਣੇ ਤੇ ਆਜ਼ਾਦੀ ਕਹਿਣ ਲੱਗ ਪਏ, ਕਿਉਂਕਿ ਸਾਨੂੰ ਪੜ੍ਹਾਇਆ ਗਿਆ ਨਾ ਵੀ ਇਹ ਆਜ਼ਾਦੀ ਹੈ ਤੁਹਾਡੀ। ਅਸੀਂ ਕੁੱਟੇ ਗਏ, ਅਸੀਂ ਲੁੱਟੇ ਗਏ, ਅਸੀਂ ਤਬਾਹ ਹੋਏ, ਤੇ ਸਾਨੂੰ ਆ ਕੇ ਦੱਸਿਆ, ਅਸੀਂ ਰੋ ਰਹੇ ਸਾਂ। ਅਸੀਂ ਆਖਿਆ ਸਾਨੂੰ ਰੋਟੀ ਦਿਓ, ਸਾਨੂੰ ਥਾਂ ਦਿਓ। ਉਹਨਾਂ ਕਿਹਾ ਤੁਹਾਨੂੰ ਆਜ਼ਾਦੀ ਜੋ ਮਿਲ ਗਈ ਹੈ ਇੰਨੀ ਥੋੜ੍ਹੀ ਹੈ। ਅਸੀਂ ਕਿਹਾ ਅਸੀਂ ਬੇਹਾਲ, ਅਸੀਂ ਤਾਂ ਉੱਜੜ ਗਏ। ਮੁਰੱਬਿਆਂ ਦੇ ਮੁਰੱਬੇ ਤੇ ਸਰਦਾਰੀਆਂ ਛੱਡ ਕੇ ਅਸੀਂ ਵਿਗਿਆਂ ਤੇ ਆ ਗਏ। ਸਾਨੂੰ ਤੁਸੀਂ ਖਿਲਾਰ ਕੇ ਰੱਖ ਦਿੱਤਾ, ਸਾਨੂੰ ਆਉਂਦਿਆਂ ਤੁਸੀਂ ਕਈ ਕੁਝ ਆਖਿਆ, ਤੇ ਸਾਡੇ ਨਾਲ ਹਿਸਾਬ ਕਰੋ ਨਾ। ਕਿਹਾ ਤੁਸੀਂ ਭੁੱਲ ਜਾਓ, ਆਪਣੇ ਜ਼ਖਮ ਲੁਕੋਵੋ, ਆਪਣੀ ਪੀੜ ਪੀਓ, ਭੁੱਖ ਭੁੱਲ ਜਾਓ, ਦੁੱਖ ਭੁੱਲ ਜਾਓ, ਉਜਾੜਾ ਭੁੱਲ ਜਾਓ, ਬੇਘਰੇ ਟੱਪਰੀ ਵਾਸਾਂ ਵਾਂਗ ਰੁਲਣ ਦੀ ਕਹਾਣੀ ਭੁੱਲ ਜਾਓ। ਤੁਹਾਨੂੰ ਆਜ਼ਾਦੀ ਨਹੀਂ ਲੈ ਕੇ ਦਿੱਤੀ। ਕਮਾਲ ਦਾ ਬੋਗਸਪੁਣਾ ਸੀ। ਉਹ ਚੀਜ਼ ਦਾ ਨਾਂ ਸਾਡੇ ਕੋਲ ਲਿਆ ਜੋ ਹੈ ਹੀ ਨਹੀਂ ਸੀ ਸਾਡੇ ਕੋਲ। ਉਹ ਚੀਜ਼ ਸਾਨੂੰ ਦਿੱਤੀ ਗਈ ਜਿਹਦਾ ਸਾਨੂੰ ਸਮਝ ਨਹੀਂ ਸੀ ਆ ਰਹੀ ਵੀ ਅਸੀਂ ਇੰਨਾ ਲੁੱਟ ਕੇ, ਆਪਣਾ ਆਪ ਕੁਟਵਾ ਕੇ, ਕਤਲ ਹੋ ਕੇ, ਬਰਬਾਦ ਹੋ ਕੇ 10 ਲੱਖ ਬੰਦਾ ਇਸ ਰੌਲੇ ਦੀ ਭੇਟ ਚੜ੍ਹ ਗਿਆ। ਇਹ ਕਿਹੜੀ ਚੀਜ਼ ਹੈ? ਵਿਖਾਈ ਕਿਉਂ ਨਹੀਂ ਦਿੰਦੀ? ਜੇ ਹੈ ਤੇ ਇਹਨੂੰ ਅਸੀਂ ਮਾਣ ਕਿਉਂ ਨਹੀਂ ਪਾ ਰਹੇ? ਫਿਰ ਸਾਡੀ ਬੋਲੀ ਤੇ ਪਾਬੰਦੀ ਕਿਉਂ ਹੋ ਜਾਂਦੀ ਹੈ? ਸਾਨੂੰ ਦੂਜੇ ਦਰਜੇ ਦੇ ਸਾਨੂੰ ਵੱਖਰੇ, ਤੁਸੀਂ ਵੇਖੋ ਨਾ, ਆਪਾਂ ਪਿੰਡਾਂ ਦੇ ਰਹਿਣ ਵਾਲੇ ਲੋਕ, ਇੱਥੇ ਤਾਂ ਰੌਲਾ ਹੈ ਨਹੀਂ ਹੈ, ਫਿਰ ਵੀ ਪੈ ਜਾਂਦਾ ਹੈ। ਪਰ ਆਪਣੇ ਉੱਥੇ ਕੀ ਹੁੰਦਾ ਸੀ, ਜਿਹੜਾ ਤਕੜਾ ਗੁਆਂਢੀ ਹੋਵੇ ਨਾ, ਤਕੜਾ, ਉਹ ਪੈਲੀ ਦੀ ਵੱਟ ਵੱਢ ਕੇ ਨਾ ਸਾਡੇ ਵੱਲ ਉਹਨੇ ਖਿੱਚੀ ਆਉਣੀ। ਪੈਲੀ ਦੀ ਵੱਟ ਉਹਨੇ ਵੱਢੀ ਜਾਣੀ, ਵੀ ਜਦੋਂ ਵੱਢਣੀ ਉਦੋਂ ਹੀ ਅੱਧੀ ਵੱਟ ਵੱਢ ਲੈਣੀ। ਆਪਾਂ ਆਖਣਾ ਚਲੋ ਗੁਆਂਢ ਮੱਥ ਹੈ, ਕਾਹਨੂੰ ਲੜਨਾ ਹੈ। ਆਪਾਂ ਆਪਣੇ ਵਾਲੀ ਵੱਟ ਛੋਟੀ ਸੀ, ਹੁਣ ਉਹ 'ਤੇ ਤੁਰਨਾ ਹੁੰਦਾ ਸੀ, ਅਤੇ ਆਪਣੇ ਵਾਲੇ ਪਾਸੇ ਆਪਾਂ ਥੋੜ੍ਹੀ ਜਿਹੀ ਮਿੱਟੀ ਲਾ ਦੇਣੀ ਵੀ ਤੁਰਨ ਜੋਗੀ ਰਾਹ ਬਣੇ। ਉਹਨੇ ਉਨੀ ਕੁ ਫੇਰ ਵੱਢ ਲੈਣੀ। ਜਦੋਂ ਸਾਨੂੰ ਲੱਗਣਾ ਵੀ ਇਹ ਤਾਂ ਕਰਮ, ਡੇਢ ਕਰਮ ਉਰੇ ਨੂੰ ਆ ਗਿਆ, ਅਤੇ ਆਪਾਂ ਉਦੋਂ ਪੰਚਾਇਤ ਸੱਦਣੀ। ਪਹਿਲਾਂ ਉਹਨੂੰ ਕਹਿਣਾ ਅਤੇ ਉਹਨੇ ਆਕੜ ਜਾਣਾ ਵੀ ਜਾਓ ਜੋ ਕਰਨਾ ਕਰ ਲਓ। ਉਹਨੂੰ ਪਤਾ ਸੀ ਮੇਰੇ ਕੋਲ ਤਾਕਤ ਹੈ, ਮੇਰੇ ਕੋਲ ਪੈਸਾ ਹੈ, ਇਹ ਬੰਦਾ ਮੇਰੇ ਨਾਲ ਲੜੇਗਾ ਨਹੀਂ। ਫਿਰ ਆਪਣੀ ਪਹੁੰਚ ਹੁੰਦੀ ਸੀ, ਗਰੀਬੜੇ ਬੰਦੇ ਦੀ ਪਹੁੰਚ ਹੁੰਦੀ ਸੀ ਕਿ ਉਹ ਪੰਚਾਇਤ ਕੋਲ ਜਾਏ। ਉਹਨੇ ਪੰਚਾਇਤ 'ਚ ਉਹਨਾਂ ਨੂੰ ਸੱਦਣਾ, ਅਤੇ ਉਹਨੇ ਉੱਥੇ ਵੀ ਆਖਣਾ ਜੀ ਮੈਂ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਕਰਨਾ। ਇਹ ਕੌਣ ਹੁੰਦਾ ਮੇਰੇ ਨਾਲ ਗੱਲ ਕਰਨ ਵਾਲਾ? ਪੰਚਾਇਤ ਵਾਲੇ ਬੰਦੇ ਵੀ ਕਈ ਵਾਰ ਤਕੜੇ ਧਿਰ ਦੇ ਹੱਕ 'ਚ ਲਿਪ ਕੇ, ਤੇ ਐਵੇਂ ਉਹ ਕੋਈ ਨਹੀਂ, ਸਾਰ ਲੋਕ ਕਰ ਲਵਾਂਗੇ, ਹੋ ਜਾਏਗਾ, ਟਾਈਮ ਟਪਾ ਦਿੰਦੇ ਸਨ, ਕਿਉਂਕਿ ਉਹਦੇ ਅਗੇਂਸਟ ਉਹ ਖਲੋ ਨਹੀਂ ਸਨ ਸਕਦੇ। ਉਹ ਤਕੜਾ ਸੀ, ਸਿਰ ਕਰਦਾ ਬੰਦਾ ਸੀ ਪਿੰਡ ਦਾ, ਤੇ ਮਾਤੜ ਬੰਦੇ ਨੂੰ ਇਨਸਾਫ ਕੋ ਲੈ ਕੇ ਦੇ ਨਹੀਂ ਸਨ ਸਕਦੇ। ਇਸ ਕਰਕੇ ਉਹਨਾਂ ਨੇ ਡੰਗ ਟਪਾਉਣਾ, ਕੋਈ ਨਹੀਂ ਅੱਜ ਸਮਾਂ ਨਹੀਂ, ਕੱਲ੍ਹ ਆਵਾਂਗੇ, ਪਰਸੋਂ ਆਵਾਂਗੇ ਕਰਾਂ। ਉਹਨੂੰ ਕਹਿਣਾ ਕਾਹਨੂੰ ਐਵੇਂ ਲੜਾਈ ਪਾਉਣਾ, ਐਵੇਂ ਪਰਚੇ ਹੋਣਗੇ, ਜੇਲ੍ਹਾਂ 'ਚ ਜਾਓਗੇ, ਜਿੰਨੀ ਹੈਗੀ ਵਾਲ ਹੈ ਕੋਈ ਨਹੀਂ। ਮਾਤੜ ਬੰਦਾ ਸੋਚਦਾ ਹੈ ਵੀ ਇਹ ਤਾਂ ਕਰਮ ਇਸ ਤਰ੍ਹਾਂ ਹੀ ਸਾਲ ਬਾਅਦ ਵੱਧਦਾ ਆਇਆ, ਤਾਂ ਇਹ ਤਾਂ ਮੇਰੀ ਜ਼ਮੀਨ ਨੱਪ ਜਾਏਗਾ, ਇਹਦੀ ਤਾਂ ਮਾਨਸਿਕਤਾ ਹੋ ਰਹੀ, ਦੀ ਤਾਂ ਅੰਦਰ ਸੋਚ ਹੀ ਕੁਝ ਹੋਰ ਹੈ, ਇਹ ਤਾਂ ਮੈਨੂੰ ਦਬਾ ਕੇ ਰੱਖਣਾ ਚਾਹੁੰਦਾ। ਮੈਂ ਇਹਦੀ ਜ਼ਮੀਨ 'ਚ ਨਹੀਂ ਜਾ ਰਿਹਾ, ਇਹ ਮੇਰੀ ਜ਼ਮੀਨ ਵੱਲ ਆ ਰਿਹਾ, ਇਹ ਤਾਂ ਗੁਆਂਢ ਮੱਥੇ ਦਾ ਵੀ ਖਿਆਲ ਨਹੀਂ ਕਰਦਾ। ਤੇ ਕਈ ਵਾਰ ਇਸ ਤਰ੍ਹਾਂ ਵਾਪਰਦਾ ਸੀ, ਕਈ ਦਫਾ ਇਸ ਤਰ੍ਹਾਂ ਉਹ ਸਧਾਰਨ ਬੰਦਾ ਫਿਰ ਅੜ ਜਾਂਦਾ। ਉਹ ਕਹਿੰਦਾ ਵੀ ਇਸ ਤਰ੍ਹਾਂ ਭੁੱਖੇ ਮਰਨ ਨਾਲੋਂ ਚੰਗਾ ਮੈਂ ਆਪਣਾ ਹੱਕ ਲਵਾਂ,
जे मैं हक लैण विच कामयाब हो गया तो मेरी औलाद मेरे ते माण करेगी, तो जे मैं ना होया तो मैनू सारी उम्र आखिरी साह तक अपने बच्चों के मिहने सुनने पैणगे, बापू तेरे च दम नहीं सी, जे उदों तू स्टैंड लैंदा, जे उदों तू रौला पाउंदा तो अज भुखे ना मरदे, मरना तो अज भी सी आपां, हो सकदा उदों आपां बच जांदे। उहदे एक पासे खूह ते दूजे पासे खाता सी। बाणी च एक आवाज़ आउंदी, हजूर कहंदे ने कि एक पासे तुहाडे अग दा तलाह है, एक पासे तुहाडे बाग है, बाग जंगली बाग, एक पासे खड़ा एक पासे अग दा तलाह। तुहाडे कोल एक सिचुएशन है भी तुसी जां तां तलाह च डिगो, सड़ो अग च, जां उस बाग नाल लड़न लई तैयार हो जाओ, तुसी विच काले फसे होए। पाछा है बाग डरावणो, अग है अगन तड़ाओ, तो अग नाल लड़ना औखा है। अग नाल बंदा की करेगा? बंदा फिर उत्थे भावें कसोनी वट लवे, हथियार भी कोई ना, वो कहता बाग नाल लड़ के वेने, चांस यो ही है, होर कोई चांस नहीं है। जित गए तो वाह भली, नहीं तो मरना तो इधर भी है, डिगना तो अग च भी है। सो मैं सिचुएशन की गल कर रहा भी कई बार हालात तुहाडे सामने इन्ने पेचीदा हो जाते हैं कि जे बोले ना तो असलों टपरीवास ही हो जावांगे, तो जे बोले घट्टो घट्ट नुकसान तो होएगा, पर सदियां याद रखनियां भी कोई बंदा इस धरती ते आया सी, कोई चेता रखेगा भी कोई बंदा अपने हक लई बोलिया सी, कोई ये साडे तो इन्नी चिणग ते लवेगा ना भी यार जो मर्जी है, बंदे ने गोडे नहीं टेके। तो कुर्बान होने वालियां सानू कहा सी असी विकांगे नहीं, और वो नहीं विके। उन्हें आख्या सी गोडे नहीं टेकांगे, उन्हें नहीं टेके। उन्हें आख्या सी अपनी जान ला देंगे, और उन्हें लाई। वो सचमुच ही जो उन्हें कहा उन्हें कीता, जो उन्होंने आख्या उन्होंने पुगाया। असी उन्हों की इस सुची गल के उत्ते यकीन करते हैं और तां उन्हां ते माण करते हैं। नहीं तो सानू कईयां ने कहा असी रणजीत सिंह वर्गा राज लियावांगे, असी कमले होए रहे पर नहीं आया। किसी ने सानू कहा असी पंजाब की सिक्खी की दशा सवार देंगे, हवन कुंड बना के काल तख्त ते बैठे रहे, वो मरदूद असी ढीकते रहे भी शायद ये लकड़ां की थां अपना बालन झोकण, घट्टो घट्ट साडा खैड़ा ही छड़ देण, पर वो नहीं सड़े, क्योंकि हवन कुंड भी उन्हां दा ही सी ते बालन भी उन्हां दा ही सी। वो मचना ही तदों सी जदों उन्हां नूं पिछों हदायत मिलदी। पर एक कोई मर्द उठिया, उन्हें आख्या किन्ने हवन कुंड आपे बालोगे तो उस अग च सड़ोगे। ये तो बेगैरती है। उन्हें आख्या अग सरकार बालेगी, सड़ के मैं विखावांगा। असी उस मर्द नूं याद करन लई बैठे हैं। साडे उहदे नाल सियासी बात भेद हो सकदे ने, बहुत तरह दे ने। आर्गूमेंट जिउंदियां कौमां दे निशान हुंदे ने। सियाणा परिवार वो आर्गूमेंट करदा है। आर्गूमेंट किहड़ी माड़ी गल है दसो? 18वीं सदी च भी सिखां दे आर्गूमेंट आपस च हुंदे सन। पर जदों कोई कौम लई, पंथ लई कुर्बानी कर देंदा सी ना, मैं कई बार सोचना ये नुकते नूं समझण दी कोशिश करियो। भाई तारा सिंह वान नाल भी हो सकता है कुछ सिखां दे इख्तलाफ होण उन्हां समयां च, भाई मनी सिंह नाल भी होणगे भी भाई साहब जी इवें नहीं इवें करना, उन्हें आख्या नहीं आपां इवें करना। विचारां दा मतभेद सी, वो अपनी से। अज साडी दशा पता की है? सानू पता की चाहिए कि तुहाडे कौम के प्रति दूजे बंदे नाल भी कौम का भला किवें हो, पहला तो मोटिव मकसद ये होना चाहिए। मान लो जे उहदे विचार तुहाडे विचार नाल नहीं मिलते तो तुसी जो भले दा सोचे वो करन दी कोशिश करो, बजाए दे भी उहनूं खिंच के रोकण दी कोशिश करो। अज असीं बिल्कुल उल्टा सोचते हैं। अज असीं कहने पहले इनू रोक लईए फिर भला करांगे, ना उन्हों करन देने ना आप करते हैं। अज असीं लत्तां खिच्चण नूं पंथ सेवा मन्निया होया। एक बंदा काम कर रहा, सारियां दा जोर उन्हों खिच्चण ते, उन्हों रोकण ते, उन्हों बिल्कुल खत्म करन ते लगा हुंदा है कि जे तुहाडे कोल चंगा विजन है तो तुसीं अपना के वेख लो, उन्हों अपना काम करन दिओ, तुसीं अपना करो, जिहदा वधिया होएगा कौम आपे समझ लेगी। जिहदा फायदा हो गया वो तो लोगों को दिसना ही है, पर नहीं।
ਅੱਜ ਸਾਡੀ ਦਸ਼ਾ ਉਲਟੀ। ਉਦੋਂ ਵੀ ਇਖਤਲਾਫ ਵਿਚਾਰਾਂ ਦੇ ਹੁੰਦੇ ਸਨ, ਪਰ ਜਦੋਂ ਭਾਈ ਮਨੀ ਸਿੰਘ ਜੀ ਬੰਦ ਕਟਵਾ ਕੇ 90 ਸਾਲ ਤੋਂ ਉੱਤੇ ਦੀ ਉਮਰ ਵਿੱਚ ਕੁਰਬਾਨੀ ਕਰ ਗਏ ਕੌਮ ਲਈ, ਵਿਚਾਰਾਂ ਦੇ ਇਖਤਲਾਫ ਰੱਖਣ ਵਾਲਿਆਂ ਨੇ ਵੀ ਸਿਰ ਝੁਕਾ ਕੇ ਅੱਖ ਨੀਵੀਂ ਕਰਕੇ ਸਿਜਦਾ ਕੀਤਾ, ਆਖਿਆ ਮਰਦ ਬੰਦਾ ਸੀ। ਉਹ ਆਪਣੇ ਅਕੀਦੇ ਤੇ ਡਟਿਆ ਰਿਹਾ। ਉਹਦਾ ਕੰਮ ਕਰਨ ਦਾ ਸਲੀਕਾ ਸਾਡੇ ਤੋਂ ਵੱਖਰਾ ਹੋ ਸਕਦਾ ਹੈ, ਪਰ ਉਹ ਪੰਥ ਪ੍ਰਸਤ ਸੀ। ਉਹਨੇ ਸਿੱਖੀ ਲਈ ਕੀਤਾ, ਉਹਨੇ ਧਰਮ ਲਈ ਕੀਤਾ, ਔਰ ਆਪਣੀ ਜਾਨ ਤੋਂ ਵੱਧ ਚੀਜ਼ ਕੀ ਹੁੰਦੀ ਉਹਨੇ ਉਹ ਵੀ ਜਾਨ ਵੀ ਆਪਣੀ ਜਾਨ ਤੋਂ ਵੀ ਅੱਗੇ ਜਾ ਕੇ ਧਿਆਨ ਵਿੱਚ ਰੱਖਣਾ। ਉਹਨੇ 12 ਦੇ ਵਿੱਚੋਂ 10 ਪੁੱਤਰ ਆਪਣੇ ਕੌਮ ਲਈ ਕੁਰਬਾਨ ਕਰ ਦਿੱਤੇ। ਇਹਨੂੰ ਕਹਿੰਦੇ ਹਨ ਪੰਥ ਪ੍ਰਸਤੀ ਦੀ ਮੁਹੱਬਤ, ਪੰਥ ਪ੍ਰਸਤੀ ਦਾ ਪਿਆਰ। ਇਖਤਲਾਫ ਵੀ ਇੱਕ ਜਗ੍ਹਾ ਦੇ ਉੱਤੇ ਜਾ ਕੇ ਛੋਟੇ ਰਹਿ ਗਏ, ਕਿਉਂਕਿ ਉਹਨਾਂ ਵੇਖਿਆ ਭਾਵਨਾ ਗਲਤ ਨਹੀਂ, ਉਹਨਾਂ ਵੇਖਿਆ ਵਿਜ਼ਨ ਵੱਖਰਾ ਹੋ ਸਕਦਾ ਹੈ, ਪਰ ਆਪਣੀ ਜਾਨ ਦੇ ਕੇ ਵੀ ਕੋਈ ਸਾਡੇ ਹੱਕ 'ਚ ਖਲੋ ਜਾਏ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ। ਤੇ ਔਰ ਇੱਕ ਮੈਂ ਹੋਰ ਗੱਲ ਸਾਂਝੀ, ਠੀਕ ਹੈ ਸਾਨੂੰ ਸਾਰਿਆਂ ਨੂੰ ਦੁੱਖ ਹੈ, ਤਕਲੀਫ ਹੈ। ਦੁੱਖ ਇਸ ਗੱਲ ਦਾ ਹੈ, ਸਾਨੂੰ ਇੱਕ ਚੀਜ਼ ਚੇਤੇ ਰੱਖਣਾ, ਦੁੱਖ ਲੜ ਕੇ ਸ਼ਹੀਦ ਹੋਣ ਵਾਲਿਆਂ ਦਾ ਸਾਨੂੰ ਬਿਲਕੁਲ ਨਹੀਂ। ਅਸੀਂ ਸ਼ਹੀਦਾਂ ਦੇ ਦੁੱਖ ਨਹੀਂ ਮਨਾਉਂਦੇ, ਛਾਤੀਆਂ ਨਹੀਂ ਪਿੱਟਦੇ, ਅਸੀਂ ਸ਼ਹੀਦਾਂ 'ਤੇ ਫਖਰ ਕਰਦੇ ਹਾਂ, ਮਾਣ ਕਰਦੇ ਹਾਂ। ਪਰ ਸਾਨੂੰ ਤਕਲੀਫ ਇਸ ਗੱਲ ਦੀ ਹੈ ਵੀ ਜਿਹੜੇ ਲੋਕ ਲੜਨ ਵੀ ਨਹੀਂ ਸਨ ਆਏ, ਸਰਕਾਰ ਨੇ ਉਹਨਾਂ ਨਾਲ ਵੀ ਧੱਕਾ ਕਰਕੇ, ਔਰ ਕੇਵਲ ਉਹ ਇੱਥੋਂ ਸਮਝ ਪੈਂਦੀ ਹੈ ਨਾ ਵੀ ਲੜਾਕਿਆਂ ਨਾਲ ਲੜਨ ਨਹੀਂ ਸੀ ਆਈ ਸਰਕਾਰ, ਸਾਡੀ ਨਸਲਕੁਸ਼ੀ ਕਰਨ ਆਈ ਸੀ। ਉਹ ਸਾਡਾ ਬੀਜ ਨਾਸ਼ ਕਰਨ ਦੀ ਸਟ੍ਰੈਟਜੀ 'ਤੇ ਕੰਮ ਕਰ ਰਹੀ ਸੀ। ਉਹਨੇ ਤਾਂ ਇਵੇਂ ਕੀਤਾ ਜਿਵੇਂ ਕਿਸੇ ਦੂਜੇ ਦੇਸ਼ 'ਤੇ ਹਮਲਾ ਕਰੀਦਾ, ਉਹਨੇ ਤਾਂ ਸਾਨੂੰ ਆਪਣੇ ਸ਼ਹਿਰੀ ਸਮਝਿਆ ਹੀ ਨਾ। ਅਸੀਂ ਪਿੱਟ ਰਹੇ ਹਾਂ ਕਿ ਅਸੀਂ ਸਾਡਾ ਦੇਸ਼। ਉਹ ਕਹਿੰਦੇ ਨੇ ਤੁਹਾਡਾ ਜ਼ਰੂਰ ਹੈ, ਪਰ ਜੇ ਦੂਜੇ ਨੰਬਰ ਦੇ ਬਣ ਕੇ ਰਹਿਣਾ ਚਾਹੁੰਦੇ ਤਾਂ ਤੁਹਾਡਾ। ਤੋ ਰਾਜਨੇਤਾਵਾਂ ਦੀ ਮਨਸ਼ਾ ਸਾਡੇ ਪ੍ਰਤੀ ਬਿਲਕੁਲ ਵੀ ਸਹੀ ਨਹੀਂ ਸੀ। ਉਦੋਂ ਵੀ ਜ਼ਰੀਲੇ ਸਨ, ਅੱਜ ਵੀ ਜ਼ਰੀਲੇ ਨੇ। ਉਹ ਜਿਹੜੀ ਚੀਜ਼, ਇਸ ਭਾਵਨਾ ਨੂੰ ਸਮਝਣ ਦੀ ਪਿੱਛੇ ਕੋਸ਼ਿਸ਼ ਕਰੀਏ, ਔਰ ਐਸਾ ਨਹੀਂ ਵੀ ਅਸੀਂ ਆਪਣਾ ਹੱਕ ਛੱਡ ਰਹੇ ਹਾਂ। ਸਿੱਖ ਡੰਕੇ ਦੀ ਚੋਟ ਨਾਲ ਦੁਨੀਆ ਨੂੰ ਦੱਸਣ ਵੀ ਜੋ ਵੀ ਜਿਸ ਤਰ੍ਹਾਂ ਦੀ ਵੀ ਇਹ ਆਜ਼ਾਦੀ ਹੈ, ਇਸ ਵਿੱਚ ਸਭ ਤੋਂ ਵਧੇਰਾ ਯੋਗਦਾਨ ਸਾਡਾ ਹੈ, ਕਿਸੇ ਹੋਰ ਦਾ ਨਹੀਂ। ਇਹ ਧਰਤ ਅਸੀਂ ਮੱਲ ਕੇ ਦਿੱਤੀ ਹੈ, ਦਰਾ ਖੈਬਰ ਅਸੀਂ ਬੰਦ ਕੀਤੇ ਸਨ, ਘੱਲੂਘਾਰੇ ਅਸੀਂ ਅਬਦਾਲੀ ਦੇ ਹੰਢਾਏ ਸਨ, ਦਿੱਲੀ ਦੀ ਸਲਤਨਤ ਤੇ ਉਹਨਾਂ ਨਾਲ ਸਮਝੌਤੇ ਕਰਦੀ ਰਹੀ ਸੀ। ਸਾਡੇ ਉਹ ਮਰਦ ਬਹਾਦਰ ਬਜ਼ੁਰਗ ਸਨ ਜਿਹੜੇ ਉਹਨਾਂ ਦੇ ਰਾਹ ਰੋਕਦੇ ਰਹੇ ਸਨ। ਅਸੀਂ ਉਹਨਾਂ ਘੱਲੂਘਾਰਿਆਂ ਵਿੱਚ ਜਾਨਾਂ ਹੋਲੀਆਂ ਨੇ ਤਬਾਹੀ ਕਰਾਈ ਹੈ। ਇਹ ਆਜ਼ਾਦੀ, ਇਹ ਜੋ ਕੁਝ ਵੀ ਅੱਜ ਹੈ, ਜਿੰਨਾ ਕੁਝ ਵੀ ਕਿਸੇ ਕੋਲ ਹੈ, ਇਹ ਸਾਡੇ ਪੁਰਖਿਆਂ ਦੀ ਬਦੌਲਤ ਹੈ। ਇਹ ਕਿਸੇ ਨੇ ਘਰੋਂ ਜਾਂ ਚਰਖੇ ਕੱਤ ਕੇ ਨਹੀਂ ਬਣਾਇਆ। ਇਹ ਵੀ ਇੱਕ ਚੀਜ਼ ਸਾਡੇ ਸਮਝਣ ਦਾ ਨੁਕਤਾ ਹੈ। ਪਰ ਜਦੋਂ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਘਾਲਨਾਵਾਂ ਨੂੰ, ਹੁਣ ਤਾਂ ਟ੍ਰੈਂਡ ਹੀ ਬਦਲ ਗਿਆ ਜੀ। ਹੁਣ ਤਾਂ ਸਿਲੇਬਸ 'ਚ ਇਹ ਦੱਸਿਆ ਜਾ ਰਿਹਾ ਵੀ ਪੁਲ ਮਿਠਾਈ ਦਾ ਮਤਲਬ ਕੀ ਹੈ। ਜਿੱਥੇ ਦਿੱਲੀ ਜਿੱਤ ਕੇ ਸਾਡੇ ਪੁਰਖਿਆਂ ਨੇ ਮਠਿਆਈ ਵੰਡੀ ਗਰੀਬਾਂ 'ਚ, ਉਹਦਾ ਨਾਂ ਜਿਹੜਾ ਸੀ ਨਾ ਪੁਲ ਮਿਠਾਈ ਪੈ ਗਿਆ। ਤੇ ਉੱਥੇ ਬੈਠੇ ਹੋਏ ਸ਼ਰਾਰਤੀ ਉਹਦਾ ਇਤਿਹਾਸ ਬਦਲਣ ਲੱਗੇ ਹੋਏ ਨੇ। ਸੌਖਾ ਕੰਮ ਹੈ ਨਾ, ਤੁਹਾਨੂੰ ਜਿੱਤਣਾ ਨਾ ਪਏ ਤੇ ਕਿਸੇ ਨੂੰ ਕੁਝ ਖਵਾਉਣਾ ਨਾ ਪਏ, ਬਸ ਕਿਤਾਬ ਤੇ ਝਰੀਟ ਫੇਰ ਦਿਓ ਕਿ ਅਸੀਂ ਆਹ ਕੀਤਾ ਜੀ, ਇਸ ਕਰਕੇ ਇਹਦਾ ਨਾਂ ਆ ਪਿਆ। ਉਹ 30 ਹਜ਼ਾਰੀ ਦਾ ਨਾਮ ਹੀ ਬਦਲਣਗੇ। ਉਹਨਾਂ ਨੂੰ ਨਹੀਂ ਪਤਾ ਵੀ ਇਹਦਾ, ਪਤਾ ਹੈ ਉਹਨਾਂ ਨੂੰ ਇਹਦਾ ਵੀ ਇਹਦਾ 30,000 ਖਾਲਸੇ ਦਾ ਉਤਾਰਾ ਜਦੋਂ ਦਿੱਲੀ ਨੂੰ ਫਤਿਹ ਕਰਨ ਲਈ ਉੱਥੇ ਉਤਰਿਆ, ਉਥੋਂ ਨਾ ਉਹਦਾ 30 ਹਜ਼ਾਰੀ, ਤੁਸੀਂ ਮੀਡੀਆ 'ਚ ਪੜ੍ਹਦੇ ਹੋਵੋਗੇ 30 ਹਜ਼ਾਰੀ ਕੋਟ। ਸਾਡੇ ਬਜ਼ੁਰਗਾਂ ਦੀ ਆਮਦ ਨਾਲ ਹੀ ਉਹਦੇ ਨਾਂ ਬਦਲ ਗਏ। ਪਰ ਵਿਹਲੇ ਬੈਠੇ ਝਰੀਟਾਂ ਮਾਰਨ ਲੱਗੇ। ਕਿਸੇ ਕੌਮ ਨੂੰ ਇਸ ਤਰ੍ਹਾਂ ਤਬਾਹ ਕਰਨਾ ਵੀ ਉਹਦੇ ਇਤਿਹਾਸ ਤੋਂ ਮੁਨਕਰ ਹੋਣਾ, ਇਹ ਬੇਹੂਦਗੀ ਵੀ ਹੈ, ਘਿਨਾਉਣਾਪਨ ਵੀ ਹੈ, ਤੇ ਇਹ ਅੰਦਰ ਦੀ ਸਰਾਸਰ ਕਾਲੀ ਕਿਸਮ ਦੀ ਬੇਈਮਾਨੀ ਹੈ। 37 ਗੁਰਧਾਮਾਂ ਦੇ ਉੱਤੇ, ਗੁਰਦੁਆਰਿਆਂ ਦੇ ਉੱਤੇ ਫੌਜ ਚਾੜੀ, ਕਤਲੇਆਮ ਹੋਇਆ। ਹੋਰ ਤੁਸੀਂ ਵੇਖੋ, ਰੈਫਰੈਂਸ ਲਾਇਬ੍ਰੇਰੀ ਲੁੱਟ ਲਈ। ਰੈਫਰੈਂਸ ਲਾਇਬ੍ਰੇਰੀ ਜਿਹੜੀ, ਜਿੱਥੇ ਸਾਡਾ ਸਦੀਆਂ ਦਾ ਹੱਥ ਲਿਖਤ ਸਾਹਿਤ ਖਜ਼ਾਨਾ ਬੜਾ ਕੁਝ ਉੱਥੇ ਜਮ੍ਹਾਂ ਸੀ, ਉਹਨੂੰ ਲੁੱਟਿਆ। ਹੁਣ ਤੁਸੀਂ ਦੱਸੋ ਵੀ ਮੰਨ ਲਓ ਸਰਕਾਰ ਦੇ ਬਾਗੀ ਨੇ
ਅੱਤਵਾਦੀ तो कहते हैं असीं बागी आखां। बागी होना गुनाह नहीं हुंदा। जिन्हां ने अंग्रेज़ां दी मुखालफत कीती सी अंग्रेज़ उन्हां नूं भी बागी कहिंदे सन। हर सथापत गलत ट्रैक ते चलण वाली सत्ता दा विरोध करन वाले बागी हुंदे। पर याद रखना चंद बागियां नूं कढण वास्ते चंद खाड़कुआं नूं कढण तुहानूं लाइब्रेरी दीयां किताबां नूं अग लाउण दी की लोड़ है कि तुहानूं उहदा चों भी बगावत दी बो आउंदी है। तुहानूं 5-5 महीने दे बच्चों विचों भी बागी दिसदा। तुहानूं मासूम औरतां दे विचों बजुर्गां दे विचों जिहड़े जख्मी ने और पानी मंग रहे ने ते तुसीं उहनां नूं ठुड्डे मारदे हो। तुसीं दुनिया दे इंटरनेशनल बने हुए कायदे कानून छिक्के ते टंग के सब कुछ करन तो बाद उन्हां शहीद होयां दियां जां उत्थे गोलीबारी विच जां उस जंग विच श्रद्धालु जिहड़े आए ने उन्हां नूं नमस्कार करन वाले आए ने जिहड़े लंगर छकण आए ने उन्हां ते बेपनाह तशद्दद करके उन्हां नूं मौत दे घाट उतार के तुसीं उन्हां दीयां लाशां भी गुमनाम कर दिंदे हो। बंदा पाप अपने ढकदा है होर कुछ नहीं कि वो जे 3000 मरेगा तो कहेंगे जी 3 ही मरे ने। हुण भी तो हुंदा है करोने की महामारी फैली है तो सरकारी अंकड़ा होर ही कुछ बोली जा रहा तो मीडिया वाले जिहड़े ईमानदार ने वो कूक रहे ने वो इन्नी दुनिया मर गई सरकार दस ही नहीं रही। स्टेट की दृष्टि में बंदे की कोई कीमत नहीं है। स्टेट लई बंदे बालन हुंदे ने कि बलदे रहिंदे ने। 4 लकड़ां वध बल गईयां तां भी कोई नहीं, घट बल गईयां तां भी कोई नहीं, अगली बार बल लैणगे। तो ये जिहड़ी सारी चीज़ है तुसीं इत्थों वेखो ना भी इंसानियत जिन्हों डेमोक्रेसी कहा जाता है। डेमोक्रेसी विच लोकतंत्र विच लोकां दी सुनी जाती है लोकां दी। ते जिहड़ा बंदा अपने परिवार दे जी दी लाश अपने मोढियां ते ढो रिहा होवे ते 3 बंदे भी उहनूं होर ना जुड़न तुसीं उहनूं लोकतंत्र कहिंदे हो। जिथे बंदा रोटी लई विलक रिहा होवे सारी जिंदगी जिहड़ा पीढ़ी दर पीढ़ी जिस मुल्क विच लोग वस रहे हैं सर कारोबार बंद हो गए तो उन्होंने कहा भी रोटी तो इनू पुजदी करो, ये तो इसका अधिकार है रोटी खाना, ये भी इस जमीन का उन्ना मालक है। कुछ नहीं होंदा। पर असीं कहने इस आज़ादी वास्ते साडे पुरखे 26-26 साल जेलों च रुल गए, फांसियां ते चढ़ गए, 86% कुर्बानियां कीतियां। मैनू बाबा सोहण सिंह भकना की वो लिखत चेते आउंदी है, लक मुड़ गया। उन्होंने एक जीवन कथा है मेरी राम कहानी। तुसीं हैरान होवोगे उन्हें इलैक्शनां भी लड़ियां। 26 साल काले पानी की जेल कट्टण वाला बंदा अपने इलाके चों इलैक्शन हार गया। मेरे इलाके के बिल्कुल नेड़े उन्हां दा इलाका है, क्योंकि जिन्ने चिर वो जेलों चों आके उन्होंने जो ख्वाब वेख्या वो सारा धरिया धराया। उन्होंने वेख्या भी गल बनी नहीं। 26 साल असीं अंग्रेज़ां दी कुट खा काले पानी की सज़ा जिहदे बारे ये कहा जाता सी भी जिहड़ा उत्ते चला गया तो भोग ही पा दिओ, आउणा तो उन्हें है नहीं। 26 साल बाद जदों अपने पिंड आउंदा है तो उहदी पिठ मुड़ गई, झुक गई सी, एवें झुक के तुरदे सन। वो छोटियां कोठड़ियां दे विच उन्हां नूं तशद्दद होया। उत्थों दी पूरियां किताबां च वेरवा मिलदा भी काले पानी की सज़ा की हुंदी सी। तो उन्हें सोचा चलो हुण वोटां दा राज है, लोग इन्नी तो पछाण करनगे ही भी 26 साल मैं जेल कट्टी है, मैं देश लई कट्टी है, अंग्रेज़ां दे जुल्म के खिलाफ कट्टी है, इन्ने तो लोग बेगैरत नहीं ना होणगे। अपने हलके च ही बंदा हार, अपने हलके च कोई वड्डी गल नहीं। उसका कारण ये हुंदा है भी जिस वेले अंग्रेज़ चले गए सन, कैप्चर करने वाले बाणीए पिछे छड्ड गए सन कि जो असी कीता करना तुसी उहो ही है, बस फर्क इन्ना भी सानू भंडी जाओ भी ये गलत सन कढ़ दिते ने ते अपने आप को सलाई जाओ भी असी चंगे हाँ, असी आ गए हैं। तो करना तो तुसी उहो कुछ ही है जो असी कीता है, बल्कि उदों बदतर ही कीता जो कीता है। तो ये स्ट्रक्चर नूं समझण दी जरूरत है, ये सारे ढांचे नूं समझण दी जरूरत है। जदों किसी स्टेट दे विच दूजे दी बोली नूं दबाया जाए, उन्होंने उहदे मजहब करके नफरत की जाए, उन्होंने हकारत की दृष्टि नाल वेख के अपने तो थल्ले का दर्जा दिता जाए, तो समझ लेना चाहिए है लोकतंत्र की रूह तो मर गई है तो मखौटा तो खल बाहर रह गई है, जिहड़ी केवल लोगों को विखाउण लई रखी गई। फासिस्ट
ਰੇਸਿਸਟ ਕਿਸਮ ਦੇ ਲੋਕ ਜਿਹੜੇ ਨੇ ਜਦੋਂ ਉੱਚੀਆਂ ਪਦਵੀਆਂ ਤੇ ਆਉਂਦੇ ਨੇ, ਸਾਡਾ ਔਰੰਗਜ਼ੇਬ ਦੇ ਨਾਲ ਕੋਈ ਉਹਦੇ ਮਜ਼ਹਬੀ ਇਖਤਲਾਫ ਹੋਣ ਦੇ ਨਾਲ ਵੈਰ ਨਹੀਂ ਸੀ। ਉਹ ਤਸਬੀਹ ਫੇਰੇ, ਜਮ ਫੇਰੇ, ਉਹਨੂੰ ਕਦੇ ਕਿਸੇ ਨਮਾਜ਼ ਤੋਂ ਰੋਕੇ, ਪਰ ਉਹਦੇ ਦਿਮਾਗ 'ਚ ਇੱਕ ਕੀੜਾ ਸਲਾਉਂਦਾ ਸੀ। ਉਹ ਇਹ ਸੀ ਵੀ ਮੈਂ ਨਮਾਜ਼ ਪੜ੍ਹਦਾ ਤੇ ਬਾਕੀ ਕਿਉਂ ਨਾ ਪੜ੍ਹਨ, ਧੱਕੇ ਨਾਲ ਪੜ੍ਹਾਉਂਦਾ। ਉਹ ਕਹਿੰਦੇ ਮੇਰੀ ਬੋਲੀ ਰਹੇਗੀ, ਬਾਕੀ ਨਹੀਂ ਮੈਂ ਰਹਿਣ ਦੇਣੀ। ਸਾਡੇ ਗੁਰੂ ਸਾਹਿਬਾਨ ਉਹਦੇ ਵਿਰੋਧ ਵਿੱਚ ਉੱਠ ਕੇ ਖਲੋ ਗਿਆ, ਆਖਿਆ ਇਹ ਅਸਾਂ ਹੋਣ ਨਹੀਂ ਦੇਣਾ। ਤੇ ਯਾਦ ਵਿੱਚ ਰੱਖਿਓ, ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ, ਜੇ ਅਸਾਂ ਹੈਦਰੀ ਝੰਡੇ ਦੇ ਰੰਗ ਵਿੱਚ ਨਹੀਂ ਦੁਨੀਆ ਰੰਗਣ ਦਿੱਤੀ ਤੇ ਰੰਗਣ ਅਸੀਂ ਭਗਵੇਂ ਦੇ ਵਿੱਚ ਵੀ ਨਹੀਂ ਦੇਣੀ। ਹੋਣਾ ਇਹ ਵੀ ਨਹੀਂ। ਇਹ ਸੁਪਨਾ ਹੀ ਬੜਾ ਮਾੜਾ ਹੈ, ਰੱਬ ਕਦੇ ਕਿਸੇ ਦਾ ਪੂਰਾ ਨਹੀਂ ਹੋਣ ਦਿੰਦਾ। ਇਹ ਸੁਪਨਾ ਹੀ ਮੂਲੋਂ ਗਲਤ ਹੈ। ਇਹ ਵੰਨਗੀ ਨੂੰ ਪ੍ਰਵਾਨ ਨਹੀਂ ਕਰਦਾ। ਤੁਸੀਂ ਕਿਸੇ ਬਗੀਚੇ ਵਿੱਚ ਸਾਰੇ ਚਿੱਟੇ ਫੁੱਲ ਹੀ ਰਹਿਣ ਦਿਓ ਤੇ ਬਾਕੀ ਸਾਰੇ ਪੁੱਟ ਕੇ ਸੁੱਟ ਦਿਓ, ਕੌਣ ਜਾਏਗਾ ਉਸ ਬਗੀਚੇ 'ਚ? ਵੰਨ ਸੁਵੰਨਤਾ ਹੀ ਕੁਦਰਤ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਨਹੀਂ ਤੇ ਅਸੀਂ ਸਾਰੇ ਰੋਬੋਟ ਹੋ ਜਾਈਏ। ਜੇ ਸਾਡੇ 'ਚ ਵਖਰੇਵੇਂ ਨਾ ਹੋਣ, ਇਹ ਸੰਸਾਰ ਥੋੜ੍ਹਾ ਰਵੇ, ਇਹਦੀ ਖੂਬਸੂਰਤੀ ਮਰ ਜਾਏ। ਇਸ ਵਾਸਤੇ ਅਸੀਂ ਉਹਨਾਂ ਤਮਾਮ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਸ਼੍ਰੀਮਾਨ ਬਾਬਾ ਜਰਨੈਲ ਸਿੰਘ ਜੀ ਮਹਾਨ ਸ਼ਹੀਦ ਨੂੰ, ਜਨਰਲ ਸ਼ਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਭਾਈ ਮਹਿੰਗਾ ਸਿੰਘ ਬੱਬਰ, ਜਿਹੜੇ ਪਹਿਲੇ ਸ਼ਹੀਦ। 1 ਜੂਨ ਦੀ ਸ਼ਹੀਦੀ ਸਭ ਤੋਂ ਪਹਿਲਾਂ ਭਾਈ ਮਹਿੰਗਾ ਸਿੰਘ ਬੱਬਰ ਦੀ ਹੋਈ। ਔਰ ਉਹਨਾਂ ਸਾਰੇ ਜੁਝਾਰੂਆਂ ਨੂੰ ਜਿਨ੍ਹਾਂ ਨੇ ਸੁੱਚੇ ਮਨ ਨਾਲ ਕੌਮੀ ਹਿੱਤ ਲਈ ਕੁਰਬਾਨੀ ਕੀਤੀ ਹੈ। ਔਰ ਅਸੀਂ ਲਾਨਤ ਪਾਉਂਦੇ ਹਾਂ ਉਹਨਾਂ ਸਾਰਿਆਂ ਨੂੰ ਜਿਹੜੇ ਕੁਹਾੜੀ ਦੇ ਦਸਤੇ ਬਣੇ, ਜਿਨ੍ਹਾਂ ਨੇ ਝੂਠੇ ਪ੍ਰਪੰਚ ਰਚ ਕੇ ਫਿਰੌਤੀਆਂ ਲਈਆਂ, ਜਿਨ੍ਹਾਂ ਨੇ ਬੇਗੁਨਾਹ ਲੋਕਾਂ ਨੂੰ ਖਾੜਕੂਆਂ ਦੇ ਭੇਸ ਵਿੱਚ ਕਤਲ ਕਰਕੇ ਖਾੜਕੂ ਲਹਿਰ ਨੂੰ ਬਦਨਾਮ ਕੀਤਾ। ਉਹਨਾਂ ਨੂੰ ਕੋਟਾਨ ਕੋਟ ਲਾਨਤ ਹੈ ਤੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਤੇ ਇਹ ਯਤਨ ਜ਼ਰੂਰ ਕਰਿਆ ਕਰੀਏ, ਇਤਿਹਾਸ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਈਏ, ਉਹਨਾਂ ਨੂੰ ਪਤਾ ਲੱਗੇ ਸਾਡੇ ਉੱਤੇ ਜ਼ਖਮ ਕਿੰਨੇ ਹਨ ਤੇ ਉਸ ਪੀੜ ਨੂੰ ਅਸੀਂ ਮਹਿਸੂਸ ਕਰਦੇ ਰਹੀਏ। ਪਰ ਮੁਆਫ ਕਰਨਾ, ਇੱਕ ਗੱਲ ਕਹਿਣੋਂ ਮੈਂ ਰਹਿ ਨਹੀਂ ਸਕਦਾ। ਸਾਡੀ ਸਿੱਖੀ ਲੰਗਰ ਤੋਂ ਸ਼ੁਰੂ ਹੁੰਦੀ ਤੇ ਲੰਗਰ ਤੇ ਦਮ ਤੋੜ ਜਾਂਦੀ। ਅਸੀਂ ਸ਼ਹੀਦੀ ਦਿਹਾੜਾ ਵੀ ਹੋਵੇ ਨਾ ਤੇ ਸਲਾਹ ਇਹ ਨਹੀਂ ਹੁੰਦੀ, ਕੋਈ ਕਦੇ ਨਹੀਂ ਆ ਕੇ ਰਾਗੀ ਸਿੰਘ ਨੂੰ ਕਹਿੰਦਾ ਵੀ ਆਹ ਸ਼ਬਦ ਸੁਣਾਇਓ, ਕੋਈ ਪ੍ਰਚਾਰਕ ਨੂੰ ਆ ਕੇ ਨਹੀਂ ਕਹਿੰਦਾ ਵੀ ਭਾਈ ਸਾਹਿਬ ਇਸ ਟੌਪਿਕ ਤੇ ਗੱਲ ਕਰਿਓ। ਸਾਡਾ ਰੌਲਾ ਹੀ ਇਹ ਰਹਿੰਦਾ ਹੈ, ਲੰਗਰ 'ਚ ਕੀ ਬਣਨਾ, ਕੀ ਬਣਾਵਾਂਗੇ। ਫਿਰ ਅਸੀਂ ਕਹਿ ਦਿੰਦੇ ਜੀ ਇੰਨੀਆਂ ਕੁਰਬਾਨੀਆਂ ਸ਼ਹੀਦਾਂ ਨੇ ਕੀਤੀਆਂ, ਲੰਗਰ ਤੇ ਚਾਹੀਦਾ ਹੋਣਾ ਚਾਹੀਦਾ। ਨਹੀਂ, ਸ਼ਹੀਦਾਂ ਲਈ ਥੋੜ੍ਹਾ ਲੰਗਰ ਲਾਉਣੇ ਅਸੀਂ, ਮਾਫ ਕਰਿਓ, ਆਪਣੇ ਢਿੱਡ ਭਰਨ ਲਈ ਲਾਉਣੇ। ਅਸੀਂ ਸ਼ਹੀਦਾਂ ਦੇ ਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਚਲਾਕੀਆਂ ਕਰਦੇ ਸ਼ੋਭਦੇ ਹਾਂ? ਨਹੀਂ। 10 ਮਿੰਟ ਸਾਡੇ ਲਈ ਦਰਬਾਰ ਵਿੱਚ ਬਹਿਣਾ ਮੁਹਾਲ ਹੋ ਜਾਂਦਾ। 10 ਮਿੰਟ ਅਸੀਂ ਗੱਲਾਂ ਕਰਦੇ ਹਾਂ ਕਿ ਕੌਮ ਅੱਗੇ, ਜਿਸ ਕੌਮ ਦੇ ਬਾਬੇ ਵੀ ਇਸ ਖਲਜਗਣ 'ਚ ਫਸ ਜਾਣ, ਉਹ ਬੱਚੇ ਕਿੱਧਰ ਜਾਣਗੇ। ਮਾਫ ਕਰਨਾ, ਇਹ ਗੱਲ ਮੈਨੂੰ ਕਹਿਣੀ ਪੈਂਦੀ ਕਿਉਂਕਿ ਮੈਂ ਹਾਲਾਤ ਇੱਥੇ ਹੀ ਨਹੀਂ ਹਰ ਜਗ੍ਹਾ ਤੇ ਵੇਖੇ ਨੇ। ਅਸੀਂ ਤਾਂ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਮੇਲਾ ਵੀ ਸ਼ਹੀਦੀ ਮੇਲਾ ਨਾ ਰਹਿ ਕੇ ਪਿਕਨਿਕ ਹੀ ਬਣਾ ਧਰੀ ਸੀ। ਹੁਣ ਕੁਝ ਜਾਗਰੂਕ, ਕੁਝ ਸਿਆਣੇ ਬੰਦੇ ਰੌਲਾ ਪਾਉਣ ਲੱਗੇ ਤੇ ਕੰਮ ਹਟਿਆ, ਨਹੀਂ ਤਾਂ ਸਟੇਜਾਂ ਲੱਗਦੀਆਂ ਸਨ, ਭੰਗੜੇ ਪੈਂਦੇ ਸਨ, ਲੰਗਰਾਂ ਦੇ ਜ਼ੋਰ ਇਉਂ ਉੱਥੇ ਹੋ ਰਿਹਾ ਵੀ ਜਿਵੇਂ ਅਸੀਂ ਕਿਸੇ ਪਿਕਨਿਕ ਪਲੇਸ 'ਚ ਆਈ ਹੋਈ ਹੈ। ਸਾਨੂੰ ਆਪਣਾ ਸੁਭਾਅ ਤੇ ਵਤੀਰਾ ਬਦਲਣਾ ਚਾਹੀਦਾ। ਸਾਨੂੰ ਮਿਲ ਬੈਠ ਕੇ ਗੁਰਬਾਣੀ ਸਤ ਸੰਗਤ ਦਾ ਲਾਹਾ ਲੈਣਾ ਚਾਹੀਦਾ। ਔਰ ਠੀਕ ਹੈ, ਲੰਗਰ ਵਧੀਆ ਹੋਵੇ, ਚੰਗਾ ਹੋਵੇ, ਪਰ 24 ਘੰਟੇ ਇੱਕ ਚੀਜ਼ ਬਾਰੇ ਸੋਚੀ ਜਾਣਾ ਕੋਈ ਬਹੁਤੀ ਅਕਲਮੰਦੀ ਤੇ ਸਿਆਣਪ ਦੀ ਖੇਡ ਨਹੀਂ ਹੈ। ਇਹ ਸੈਕੰਡਰੀ ਚੀਜ਼ ਹੈ। ਪਹਿਲਾ ਦਰਜਾ ਜਿਹੜਾ ਹੈ ਉਹ ਸਤ ਸੰਗਤ ਦਾ ਦਰਜਾ ਹੈ। ਤਾਂ ਮੈਂ ਉਹਨਾਂ ਲਈ ਵੀ ਅਰਦਾਸ ਕਰਦਾ, ਸਤਿਗੁਰੂ ਸਮੱਤ ਬਖਸ਼ਣ, ਜਿਹੜੇ ਲੰਗਰ ਹਾਲ ਤੋਂ ਪਿੱਛੋਂ ਹੀ ਮੁੜ ਜਾਂਦੇ ਨੇ, ਉਹਨਾਂ ਨੂੰ ਵੀ ਕਿਤੇ ਗੁਰੂ ਦੀ ਆਵਾਜ਼ ਸੁਣੇ ਵੀ ਇੱਧਰ ਵੀ ਕੋਈ ਥਾਂ ਹੈ ਜਿੱਥੇ ਜਾਈਦਾ, ਜਿੱਥੇ ਬੈਠੀਦਾ। ਕੀਰਤਨ ਵੀ ਕੋਈ ਸੁਣਨ ਵਾਲੀ ਚੀਜ਼ ਹੁੰਦੀ ਏ, ਪਾਠ ਵੀ ਸੁਣਨਾ ਚਾਹੀਦਾ ਹੈ, ਕਥਾ ਵੀ ਸੁਣਨੀ ਚਾਹੀਦੀ ਏ, ਸ਼ਹੀਦਾਂ ਦੇ ਸੰਬੰਧ ਵਿੱਚ ਹੁੰਦੀ ਅਰਦਾਸ ਵਿੱਚ ਵੀ ਬਹਿਣਾ ਚਾਹੀਦਾ ਹੈ। ਕਿਤੇ ਮਹਾਰਾਜ ਸਾਨੂੰ ਇਹ ਸਮੱਤ ਬਖਸ਼ੇ ਤੇ ਲੰਗਰ ਹਾਲ ਵਾਂਗ ਦਰਬਾਰ ਹਾਲ ਵੀ ਭਰ ਜਾਏ। ਹਜ਼ੂਰ ਮਿਹਰ ਕਰਨ, ਸਭਨਾਂ ਨੂੰ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਬਖਸ਼ਣ, ਭੁੱਲ ਚੁੱਕ ਦੀ ਖਿਮਾ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।